श्री वाहिगुरु साहिब जीओ। डंडौत बंदन अनक बार सर्ब कला समरथ। डोलन ते राखो प्रभु नानक दे कर हथ। मैं नाही किछ हूँ नहीं किछ आए न मोरा। अवसर लज्जा राख लियो लज्जा राख लियो। सदना जन तोरा गगन दमामा बाजियो परियो निशाने काओ। खेत जो मांडियो सूरमा अब जूझन को दाओ। सूरा सो पहचानिए जो लरे दीन के हेता। पुरजा पुरजा कट मरे कबू न छाड़े खेता। जो तो प्रेम खिलन का चाओ सिर धर तली गली मेरी आओ। इत मार्ग पैर तरीजै सिर दीजै कान ना कीजै। मरण मुनसा सूर्या हक है जो होए मरण परवानो। सूरे से ही आगे आखिए दरगे पावै साची मानो। वाहिगुरु जी का खालसा वाहिगुरु जी की फतेह। परम सत्कार गुरु प्यारी गुरु सवारी साध संगत जी। ਆਪਾਂ ਜੋ ਪਿਛਲੇ ਸਮੇਂ ਤੋਂ ਇੱਕ ਲੜੀ ਆਰੰਭ ਕੀਤੀ ਹੋਈ ਹੈ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦਾ ਜੀਵਨ ਗਾਥਾ। ਪਰ ਅੱਜ ਆਪਾਂ ਉਹਨਾਂ ਦੇ ਜੀਵਨ ਦੀ ਕੋਈ ਬਾਤ ਨਹੀਂ ਸਾਂਝੀ ਕਰਨੀ ਆਪ ਜੀ ਦੇ ਨਾਲ। ਅੱਜ ਆਪਾਂ 1746 ਦੇ ਵਿੱਚ ਇੱਕ ਬਹੁਤ ਵੱਡਾ ਜਿਸ ਕੌਮ ਦੇ ਵਿੱਚ ਦੁਖਾਂਤ ਵਾਪਰਿਆ ਜਿਹਨੂੰ ਘੱਲੂ ਘਾਰਾ ਕਹਿੰਦੇ ਨੇ। ਇਹ ਘੱਲੂ ਘਾਰੇ ਦਾ ਮਤਲਬ ਹੁੰਦਾ ਹੈ ਬਰਬਾਦੀ। ਜਦੋਂ ਸਭ ਕੁਝ ਤਹਿਸ ਨਹਿਸ ਕਰ ਦਿੱਤਾ ਜਾਵੇ ਤੇ ਉਸ ਦਾ ਨਾਮ ਰੱਖਿਆ ਜਾਂਦਾ ਘੱਲੂ ਘਾਰਾ। ਸਾਡੀ ਕੌਮ ਦੇ ਵਿੱਚ 3-4 ਘੱਲੂ ਘਾਰੇ ਹੋਏ ਨੇ। ਪਹਿਲਾ ਘੱਲੂ ਘਾਰਾ 1746 ਔਰ ਦੂਸਰਾ 1700 ਪਹਿਲਾ 1746 ਫਿਰ ਦੂਸਰਾ 1762। ਹੋਰ ਵੀ ਛੋਟੇ ਮੋਟੇ ਹੋਏ ਨੇ ਤੇ 1 ਜੂਨ 84 ਦਾ ਵੀ ਘੱਲੂ ਘਾਰਾ ਹੀ ਮੰਨਿਆ ਜਾਂਦਾ ਹੈ। ਬਰਬਾਦੀ ਘੱਲੂ ਘਾਰਾ ਮੈਨ ਬਰਬਾਦੀ। 84 ਦੇ ਵਿੱਚ ਸਭ ਕੁਝ ਬਰਬਾਦ ਕਰ ਦਿੱਤਾ ਜਾਂਦਾ ਹੈ। ਧਰਮ ਸਥਾਨ ਨੂੰ ਕਾਲ ਤਖਤ ਤੋਂ ਢਾ ਦਿੱਤਾ ਜਾਂਦਾ ਹੈ। ਬਾਣੀ ਪੜ੍ਹਦੇ ਕੀਰਤਨ ਕਰਦੇ ਸ਼ਰਧਾਲੂ ਮੱਥਾ ਟੇਕਣ ਆਏ ਸਭ ਨੂੰ ਖਤਮ ਕਰ ਦਿੱਤਾ ਜਾਂਦਾ ਹੈ। 500 ਸਾਲ ਦਾ ਪੁਰਾਣਾ ਸਾਡਾ ਗੁਰੂ ਇਤਿਹਾਸ ਲਾਇਬ੍ਰੇਰੀ ਉਸ ਨੂੰ ਵਿਸਾੜ ਕੇ ਸਵਾਹ ਕਰ ਦਿੱਤਾ ਜਾਂਦਾ ਹੈ। ਸਭ ਕੁਝ ਤਹਿਸ ਨਹਿਸ ਕਰ ਦਿੱਤਾ ਜਾਂਦਾ। ਉਸ ਦਾ ਨਾਂ ਰੱਖਿਆ ਜਾਂਦਾ ਹੈ ਘੱਲੂ ਘਾਰਾ। ਇਸ ਤਰ੍ਹਾਂ ਦੇ ਹੋਰ ਵੀ ਕਈ ਛੋਟੇ ਮੋਟੇ ਘੱਲੂ ਘਾਰੇ ਹੋਏ ਨੇ ਸਾਡੀ ਕੌਮ ਦੇ ਪਿਛਲੇ
1699 ਵਿੱਚ ਜਦੋਂ ਖਾਲਸਾ ਸੱਚੇ ਪਾਤਸ਼ਾਹ ਨੇ ਸਾਜਿਆ ਤੇ ਉਹ ਤੋਂ ਲੈ ਕੇ 1799 ਤੱਕ, ਜਿੰਨਾ ਚਿਰ ਤੱਕ ਮਹਾਰਾਜਾ ਰਣਜੀਤ ਸਿੰਘ ਰਾਜਾ ਨਹੀਂ ਬਣ ਜਾਂਦਾ, ਇਹ ਬਹੁਤ ਵੱਡਾ ਸੰਘਰਸ਼ ਸਿੱਖ ਕੌਮ ਨੂੰ ਕਰਨਾ ਪਿਆ। 70 ਸਾਲ ਸਾਡੀ ਕੌਮ ਜੰਗਲਾਂ 'ਚ ਰਹੀ, 70 ਸਾਲ, 2-3 ਪੀੜ੍ਹੀਆਂ ਸਾਡੀਆਂ ਜੰਗਲਾਂ ਵਿੱਚ ਹੀ ਜੰਮੀਆਂ। ਸਾਡੇ ਬਜ਼ੁਰਗ ਉੱਥੇ ਹੀ ਚੜ੍ਹਾਈਆਂ ਕਰ ਗਏ ਜੰਗਲਾਂ ਵਿੱਚ। ਬਹੁਤ ਵੱਡਾ ਇਸ ਤਰ੍ਹਾਂ ਦਾ ਭਾਣੇ ਵਾਪਰਦੇ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਘਟਨਾ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ, ਕਿਉਂਕਿ ਆ 16 ਮਈ ਨੂੰ ਉਹ ਦਿਹਾੜਾ ਲੰਘ ਕੇ ਗਿਆ ਹੈ। ਉਸ ਦਿਨ ਕਿਸੇ ਨੇ ਕਿਹਾ ਸੀ ਕਿ ਬਾਬਾ ਜੀ ਉਹ ਘੱਲੂਘਾਰ ਦੇ ਬਾਰੇ ਕੋਈ ਵਿਚਾਰ ਦਿਓ। ਮੈਂ ਕਿਹਾ ਨਹੀਂ, ਅਸੀਂ ਉਹ ਗੁਰੂ ਅੰਗਦ ਸਾਹਿਬ ਦੀ ਵਿਚਾਰ ਇੱਕ ਦਿਨ ਪਹਿਲਾਂ 15 ਤਰੀਕ ਨੂੰ ਸ਼ੁੱਕਰਵਾਰ ਦੇ ਚੁੱਕੇ ਸਾਂ। ਤੇ ਮੈਂ ਕਿਹਾ ਹੁਣ ਜਿੱਦਣ ਅਸੀਂ ਅਗਲੇ ਮੰਗਲਵਾਰ ਕਰਾਂਗੇ ਤੇ ਫਿਰ ਗੁਰੂ ਅੰਗਦ ਸਾਹਿਬ ਦੀ ਜੀਵਨ ਗਾਥਾ ਨੂੰ ਵਿਸ਼ਰਾਮ ਦੇ ਕੇ ਤੇ ਇਹ ਜਿਹੜਾ 16 ਮਈ 1746 ਨੂੰ ਬਹੁਤ ਵੱਡਾ ਘੱਲੂਘਾਰਾ ਗੁਰਦਾਸਪੁਰ, ਵੈਸੇ ਇਸ ਨੂੰ ਲੋਕੀ ਕਾਹਨੂੰਵਾਲ ਦੀ ਛੰਭ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਕਲਾਨੌਰ ਸ਼ਹਿਰ ਵਾ, ਬਟਾਲਾ ਵਾ, ਕਾਹਨੂੰਵਾਲ ਆ, ਇਹ ਪੁਰਾਣੇ ਸ਼ਹਿਰ ਨੇ। ਤੇ ਗੁਰਦਾਸਪੁਰ ਕੋਈ ਪੁਰਾਣਾ ਸ਼ਹਿਰ ਨਹੀਂ ਹੈ। ਸਭ ਤੋਂ ਪੁਰਾਣਾ ਸ਼ਹਿਰ ਕਲਾਨੌਰ ਹੈ। ਪੁਰਾਣੇ ਸਮੇਂ ਇੱਕ ਕਹਾਵਤ ਹੀ ਹੁੰਦੀ ਵੀ ਜਿਹੜਾ ਗਿਆ ਨਹੀਂ ਲਾਹੌਰ ਚਲ ਜੇ ਕਲਾਨੌਰ। ਇਹ ਸ਼ਹਿਰ ਰਿਹਾ ਕਿਸੇ ਸਮੇਂ। ਇਹ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਲੁੱਟਿਆ ਹੈ, ਬਟਾਲਾ ਲੁੱਟਿਆ ਹੈ। ਇਹ ਪੁਰਾਣੇ ਸ਼ਹਿਰ ਨੇ ਕਲਾਨੌਰ, ਬਟਾਲਾ ਤੇ ਕਾਹਨੂੰਵਾਲ ਤੇ ਸਾਰੇ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਪੈਂਦੇ ਨੇ, 20-25 ਕਿਲੋਮੀਟਰ ਦੇ ਫਰਕ ਤੇ। ਇਹ ਜਿਹੜਾ ਅਸੀਂ ਅੱਜ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਾਹਨੂੰਵਾਲ ਦੀ ਛੰਭ ਦੀ ਆ, ਪਰ ਇਹ ਜਿਹੜੀ ਜਗ੍ਹਾ ਵਾ ਇਹ ਗੁਰਦਾਸਪੁਰ ਸ਼ਹਿਰ ਤੋਂ ਥੋੜ੍ਹਾ ਹੀ ਦੂਰ 5-7 ਕਿਲੋਮੀਟਰ ਬਾਹਰ ਪੈਂਦਾ ਹੈ ਥਾਂ, ਪਰ ਨਾਂ ਇਹਦਾ ਰੱਖਿਆ ਜਿਹੜਾ ਵੱਜਦਾ ਹੈ ਘੱਲੂਘਾਰਾ ਕਾਹਨੂੰਵਾਲ ਦੀ ਛੰਭ। ਪਰ ਹੈ ਇਹ ਗੁਰਦਾਸਪੁਰ ਦੇ ਲਾਗੇ ਬਿਲਕੁਲ ਪੈਂਦੀ ਜਗ੍ਹਾ। ਉੱਥੇ ਅੱਜ ਕੱਲ੍ਹ ਗੁਰਦੁਆਰਾ ਘੱਲੂਘਾਰਾ ਸਾਹਿਬ, ਛੋਟਾ ਘੱਲੂਘਾਰਾ ਸਾਹਿਬ ਉਸ ਨੂੰ ਕਹਿੰਦੇ ਨੇ। ਤੇ ਆਓ ਇਹ ਜਿਹੜਾ ਦੁਖਾਂਤ ਵਾਪਰਿਆ, 10,000 ਬੰਦਾ ਉਸ ਦਿਨ 16 ਮਈ ਨੂੰ 1746 ਨੂੰ 10,000 ਬੰਦਾ ਸ਼ਹੀਦ ਕਰ ਦਿੱਤਾ ਜਾਂਦਾ ਹੈ। ਤੇ ਕਰਨ ਵਾਲਾ ਕਤਲ ਕਰਨ ਵਾਲਾ, ਸ਼ਹੀਦ ਕਰਨ ਵਾਲਾ ਇੱਕ ਬੰਦਾ ਹੈ। ਸਿੱਖ ਧਰਮ ਨੇ, ਇਹ ਸਿੱਖ ਇਤਿਹਾਸ ਨੇ ਇੱਕ ਬੰਦੇ ਨੂੰ ਇਸ ਦਾ ਦੋਸ਼ੀ ਮੰਨਿਆ ਹੈ। ਤੇ ਰਤਨ ਸਿੰਘ ਭੰਗੂ ਜੀ ਹੋਣੀ ਲਿਖਦੇ ਨੇ, ਲਖਪਤ ਜਸਪਤ ਭਏ ਦੀਵਾਨ, ਕਲਾਨੌਰ ਕੇ ਖੱਤਰੀ ਜਾਣ। ਇਹ ਕਲਾਨੌਰ ਦੇ ਰਹਿਣ ਵਾਲੇ ਨੇ। ਗੁਰਦਾਸਪੁਰ ਜ਼ਿਲ੍ਹੇ ਦਾ ਕਸਬਾ ਹੈ ਕਲਾਨੌਰ। ਤੇ ਉਥੋਂ ਦੇ 2 ਭਰਾ ਨੇ, ਜਸਪਤ, ਲਖਪਤ ਜਸਪਤ ਭਏ ਦੀਵਾਨ। ਕਿਹਦੇ ਦੀਵਾਨ? ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਇਹ ਦੀਵਾਨ ਨੇ, ਦੋਵੇਂ ਹੀ ਭਰਾ। ਇਤਿਹਾਸ ਤੇ ਇਹ ਵੀ ਥੋੜਾ ਬੋਲਦਾ ਹੈ ਕਿ ਜਿਹੜਾ ਚੰਦੂ ਸੀ, ਜਿਹਨੂੰ ਜਿਸਨੇ ਧੰਨ ਗੁਰੂ ਅਰਜਨ ਦੇਵ ਨੂੰ ਆਪਣੇ ਘਰ ਹਵੇਲੀ 'ਚ ਤੱਤੀ ਤਵੀ ਤੇ ਬਿਠਾਇਆ ਸੀ, ਉਹ ਵੀ ਇੱਥੋਂ ਦਾ ਰਹਿਣ ਵਾਲਾ ਹੈ। ਹੋ ਸਕਦਾ ਉਹਦੀ ਕੋਈ ਅੰਸ਼ ਬੰਸ ਹੋਵੇ, ਕਿਉਂਕਿ ਸਰਕਾਰੀ ਅਹੁਦੇ ਇਹਨਾਂ ਦੇ ਕੋਲ ਸੀ। ਚੰਦੂ ਕੋਲ ਵੀ ਸੀ, ਚੰਦੂ ਵੀ ਦੀਵਾਨ ਸੀ, ਤੇ ਲਖਪਤ ਵੀ ਤੇ ਜਸਪਤ ਵੀ, ਇਹ ਵੀ ਸਰਕਾਰੀ ਦਰਬਾਰੇ ਹੈ, ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ। ਤੇ ਸਰਕਾਰਾਂ ਇਹੋ ਜਿਹੇ ਲੋਕਾਂ ਨੂੰ ਫਿਰ ਅਸੀਸਾਂ ਬਖਸ਼ਾਂ ਕਰਦੇ ਨੇ ਵੀ ਜੋ ਤੁਸੀਂ ਮਰਜ਼ੀ ਕਰੋ। ਇਹ ਜਦੋਂ ਕਿਸੇ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੋ ਜਾਂਦੀ ਆ, ਉਹ ਫਿਰ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਕਿਉਂਕਿ ਫਰਿਆਦ ਜਦੋਂ ਕਿਸੇ ਤੇ ਕੋਈ ਜ਼ੁਲਮ ਹੋਣਾ ਹੈ, ਉਹਨੇ ਸਰਕਾਰੀ ਦਰਬਾਰੇ ਫਰਿਆਦੀ ਹੋਣਾ ਹੈ। ਤੇ ਜਦੋਂ ਸਰਕਾਰ ਹੀ ਉਹ ਕੰਮ ਕਰਾ ਰਹੀ ਹੈ ਤੇ ਗਰੀਬ ਵਿਚਾਰਾ ਫਰਿਆਦ ਲੈ ਕੇ ਕਿੱਥੇ ਜਾਊਗਾ?
ਜਦੋਂ ਸਰਕਾਰਾਂ ਜ਼ੁਲਮ ਕਰਦੀਆਂ ਨੇ ਉਹ ਉੱਥੇ ਮੁੜ ਕੇ ਫਰਿਆਦ ਨਹੀਂ ਕਿਸੇ ਦੀ ਸੁਣੀ ਜਾਂਦੀ। ਆ 84 ਤੋਂ ਲੈ ਕੇ 93 ਤੱਕ ਕਿਸੇ ਦੀ ਫਰਿਆਦ ਸੁਣੀ ਨਹੀਂ ਗਈ, ਕਿਉਂਕਿ ਸੁਣਨੀ ਤੇ ਸਰਕਾਰ ਨੇ ਸੀ ਤੇ ਸਰਕਾਰ ਦਾ ਉਹ ਆਪ ਕੋਈ ਕੁਛ ਕਰ ਰਹੀ ਹੈ। ਉਦੋਂ ਫਿਰ ਦਲੀਲ ਵਕੀਲ ਅਪੀਲ ਸਭ ਕੁਝ ਖਤਮ ਹੋ ਜਾਂਦੀ ਜਦੋਂ ਰਾਜੇ ਸ਼ੀ ਮੁਕੱਦਮ ਕੁੱਤੇ, ਜਦੋਂ ਰਾਜੇ ਸ਼ੇਰਾਂ ਦਾ ਰੂਪ ਧਾਰਨ ਕਰ ਰਹੇ, ਸ਼ੇਰਾਂ ਅੱਗੇ ਕੌਣ ਫਰਿਆਦ ਕਰੂਗਾ? ਸ਼ੇਰ ਕਿਸੇ ਦੀ ਫਰਿਆਦ ਸੁਣਦੇ ਹੁੰਦੇ ਆ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ, ਚਾਕਰ ਨੇਂਦਾ ਪਾਇਨ ਘਾਓ, ਰਾਤ ਪਿਤ ਕੁੱਤਿਓ ਚੱਟ ਜਾਓ। ਇਹ 3 ਕੈਟਾਗਰੀਆਂ ਨੇ ਜਿਹੜੀਆਂ ਰਲ ਕੇ ਪ੍ਰਜਾ ਉੱਤੇ ਜ਼ੁਲਮ ਕਰਦੀਆਂ ਨੇ। ਰਾਜੇ ਸ਼ੀ ਬਣੇ ਸ਼ੇਰ, ਮੁਕੱਦਮ ਕੁੱਤੇ, ਥਲੜੇ ਉਹਨਾਂ ਦੇ ਦੀਵਾਨ, ਉਹਨਾਂ ਦੇ ਸਰਕਾਰੀ ਅਹੁਦਿਆਂ ਨਾਲ ਨਵਾਜੇ ਗਏ ਬੰਦੇ ਜਿਹੜੇ ਉਹ ਕੁੱਤੇ ਬਣ ਗਏ। ਜਦੋਂ ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ, ਫਿਰ ਪ੍ਰਜਾ ਨੂੰ ਬਿਨਾਂ ਮਤਲਬ ਤੋਂ ਜਾ ਕੇ ਜਗਾਉਣਗੇ, ਤੰਗ ਕਰਨਗੇ, ਦੁਖੀ ਕਰਨਗੇ, ਕਿਉਂਕਿ ਉਹ ਸ਼ੇਰ ਤਾਂ ਕੁੱਤਾ ਰਲ ਗਿਆ ਤੇ ਸ਼ੇਰ ਵੀ ਖੂਨਖਾਰ ਵਾ ਤੇ ਕੁੱਤਾ ਵੀ ਖੂਨਖਾਰ ਹੈ। ਦੋਵੇਂ ਸ਼ਿਕਾਰੀ ਨੇ। ਸ਼ੇਰ ਵੀ ਸ਼ਿਕਾਰ ਕਰਦਾ ਹੈ, ਕੁੱਤਾ ਵੀ ਸ਼ਿਕਾਰ ਕਰਦਾ। ਜਿਹੜਾ ਕੁੱਤਾ ਅਸੀਂ ਘਰਾਂ 'ਚ ਰੱਖਿਆ ਵਾ ਇਹ ਜੰਗਲੀ ਜਾਨਵਰ ਵਾ, ਇਹ ਜੰਗਲਾਂ 'ਚ ਰਹਿਣ ਵਾਲਾ ਵਾ, ਇਹਦੀ ਖੁਰਾਕ ਮਾਸ ਵਾ। ਚਲੋ ਅਸੀਂ ਰੋਟੀਆਂ ਰਾਟੀਆਂ ਪਾ ਦਿੰਦੇ, ਦੁੱਧ ਪਾ ਦਿੰਦੇ, ਵੱਖਰੀ ਗੱਲ ਆ। ਬਿੱਲੀ, ਸ਼ੇਰ, ਕੁੱਤਾ, ਬਘਿਆੜ ਇਹ ਜੰਗਲੀ ਜਾਨਵਰ ਨੇ, ਇਹਨਾਂ ਦਾ ਖੁਰਾਕ ਮਾਸ ਵਾ। ਤੇ ਮਾਰ ਕਹਿੰਦੇ ਨੇ ਫਿਰ ਪ੍ਰਜਾ ਉੱਤੇ ਜ਼ੁਲਮ ਕੌਣ ਕਰਦਾ? ਰਾਜੇ ਸ਼ੀ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ। ਰਾਜੇ ਸ਼ੇਰ ਬਣ ਗਏ, ਮੰਤਰੀ ਕੁੱਤੇ ਬਣ ਗਏ ਤੇ ਲੋਕਾਂ ਨੂੰ ਤੰਗ ਕਰਨ ਲੱਗ ਪਏ। ਚਾਕਰ ਨੇਂਦਾ ਪਾਇਨ ਘਾਓ, ਜਿਹੜੇ ਚਾਕਰ ਨੇ, ਸਰਕਾਰੀ ਮੁਲਾਜ਼ਮ ਨੇ, ਉਹ ਲੌਂਦਰਾਂ ਨੇ ਉਹਨਾਂ ਕੁੱਤਿਆਂ ਦੀਆਂ। ਲੌਂਦਰਾਂ ਤੋਂ ਬਿਨਾਂ ਮਾਸ ਖਿੱਚਿਆ ਨਹੀਂ ਜਾਂਦਾ। ਤੇ ਚਾਕਰ ਨੇਂਦਾ ਪਾਇਨ ਘਾਓ, ਘਾਓ ਮਨੇ ਜ਼ਖਮ। ਸਰਕਾਰੀ ਮੁਲਾਜ਼ਮ ਜ਼ਖਮ ਕਰਦੇ ਨੇ। ਜਿਸ ਤਰ੍ਹਾਂ ਕੁੱਤਾ ਲੌਂਦਰਾਂ ਦੇ ਨਾਲ ਸ਼ਿਕਾਰ ਨੂੰ ਫੜ ਲੈਂਦਾ ਹੈ, ਇਸੇ ਤਰ੍ਹਾਂ ਸਰਕਾਰੀ ਮੁਲਾਜ਼ਮ ਫਿਰ ਲੌਂਦਰਾਂ ਨੇ ਉਹਨਾਂ ਦੀਆਂ। ਰਾਜਾ ਸ਼ੇਰ ਹੈ, ਥੱਲੇ ਵੱਡੇ ਵੱਡੇ ਅਹੁਦਿਆਂ ਵਾਲੇ ਕੁੱਤੇ ਨੇ ਸਰਕਾਰੀ ਮੁਲਾਜ਼ਮ, ਉਹਨਾਂ ਕੁੱਤਿਆਂ ਦੀਆਂ ਲੌਂਦਰਾਂ ਨੇ। ਤੇ ਚਾਕਰ ਨੇਂਦਾ ਪਾਇਨ ਘਾਓ, ਰਾਤ ਪਿਤ ਕੁੱਤਿਓ ਚੱਟ ਜਾਓ। ਇਹ ਫਿਰ ਰਲ ਮਿਲ ਕੇ ਪ੍ਰਜਾ ਦਾ ਖੂਨ ਪੀਂਦੇ ਨੇ, ਰਾਜਾ, ਮੰਤਰੀ ਤੇ ਸਰਕਾਰੀ ਮੁਲਾਜ਼ਮ। ਇਹ 3 ਕੈਟਾਗਰੀਆਂ ਵਾ ਜਿਹੜਾ ਪ੍ਰਜਾ ਦਾ ਖੂਨ ਪੀਂਦੀਆਂ। ਬਾਬੇ ਨਾਨਕ ਨੂੰ ਐਵੇਂ ਥੋੜਾ ਜੇਲਾਂ ਹੋ ਗਈਆਂ ਸੀ। ਬਾਬੇ ਨਾਨਕ ਨੂੰ, ਸ਼੍ਰੀ ਨਾਨਕ ਜੀ ਨੂੰ ਐਵੇਂ ਥੋੜਾ ਕੁਰਾਈਆ ਬੇਤਾਲਾ ਕਹਿ ਦਿੱਤਾ ਸੀ। ਬਾਬੇ ਨੇ ਚੌਂਕਾਂ 'ਚ ਖਲੋ ਕੇ ਰਾਜਿਆਂ ਨੂੰ ਮੰਗਾ ਰਿਹਾ ਸੀ, ਉਹ ਤੂੰ ਬਾਬਰ ਨਹੀਂ, ਤੂੰ ਤਾਂ ਜਾਬਰ ਹੈ। ਉਹ ਜਿਹੜਾ ਭਾਈ ਗੁਰਦਾਸ ਨੇ ਲਿਖਿਆ ਨਾ ਵੀ ਜਿਹੜਾ ਰਾਜਾ ਹੁੰਦਾ ਹੈ, ਉਲਟੀ ਵਾੜ ਖੇਤ ਕੋ ਖਾਈ। ਰਾਜਾ ਤਾਂ ਵਾੜ ਹੁੰਦਾ ਹੈ ਤੇ ਵਾੜ ਹੀ ਜਦੋਂ ਖੇਤ ਨੂੰ ਖਾਣ ਲੱਗ ਪਏ ਤੇ ਫਿਰ ਖੇਤੀਆਂ ਵਿੱਚ ਕੁਝ ਹੁੰਦਾ ਨਹੀਂ ਆ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਤੇ ਪ੍ਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਹਲਾਈ। ਰਾਜੇ ਨੇ ਆਪਣੀ ਪ੍ਰਜਾ ਨੂੰ ਬਚਾਉਣਾ ਹੈ ਤੇ ਰਾਜਾ ਹੀ ਜ਼ੁਲਮ ਕਰਨ ਲੱਗ ਪਿਆ। ਕੈਸੀ ਬਾਤ। ਉਹ ਬਚਨ ਆਉਂਦਾ ਭਾਈ ਗੁਰਦਾਸ ਜੀ ਦਾ ਕਿ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੇ, ਫਿਰ ਚੱਕੀ ਚੱਟੇ। ਜਦੋਂ ਤੁਸੀਂ ਰਾਜ ਪ੍ਰਬੰਧ ਕਿਸੇ ਕੁੱਤੇ ਨੂੰ ਦੇ ਦਿਓਗੇ ਤੇ ਕੁੱਤੇ ਨੇ ਆਪਣਾ ਸੁਭਾਅ ਨਹੀਂ ਛੱਡਣਾ। ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੇ, ਸੱਪੇ ਦੁੱਧ ਪਿਆਈਏ, ਵੀ ਉਹ ਮੁਖਤੀ ਸੁੱਟੇ।
ਤੇ ਇਹ ਜਿਹੜਾ ਐਡਾ ਵੱਡਾ ਸਿੱਖ ਕੌਮ ਤੇ ਜ਼ੁਲਮ ਹੋਇਆ ਰਾਜਿਆਂ ਨੇ ਕੀਤਾ। ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੇਂਦਾ ਪਾਏ ਨਿਕਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਤੇ ਉਹ ਫਿਰ ਰਤਨ ਸਿੰਘ ਜੀ ਭੰਗੂ ਜੀ ਹੋਣੀ ਲਿਖਦੇ ਨੇ, ਉਹਨਾਂ ਨੇ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਹੈ। ਸਿੱਖ ਕੌਮ ਦਾ ਬਹੁਤ ਅਮੋਲਕ ਖਜ਼ਾਨਾ ਹੈ ਰਤਨ ਸਿੰਘ ਭੰਗੂ ਦਾ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼। ਇਹ ਰਤਨ ਸਿੰਘ ਰਾਏ ਸਿੰਘ ਦਾ ਪੋਤਾ ਤੇ ਰਾਏ ਸਿੰਘ ਮਹਿਤਾਬ ਸਿੰਘ ਦਾ ਪੋਤਾ, ਜਾਨੀ ਕਿ ਮਹਿਤਾਬ ਸਿੰਘ ਦੇ ਗਾਂ ਘਰ ਔਲਾਦ ਜੰਮੀ, ਉਹਦਾ ਨਾਂ ਰੱਖਿਆ ਗਿਆ ਘਰ ਗਾਂ ਔਲਾਦ ਜਿਹੜੀ ਉਹਦਾ ਨਾਂ ਸੀ ਰਤਨ ਸਿੰਘ, ਜਾਨੀ ਕਿ ਮਹਿਤਾਬ ਸਿੰਘ ਮੀਰਾਂ ਕੋਟੀਆਂ ਦਾ ਪੋਤਰਾ ਹੈ ਜੋ ਪ੍ਰਾਚੀਨ ਪੰਥ ਗ੍ਰੰਥ ਲਿਖਦਾ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਦਾ ਹੈ। ਉਹ ਕਹਿੰਦਾ ਹੈ ਜਸ ਲਖਪਤ ਜਸਪਤ ਭਏ ਦੀਵਾਨ ਕਲਾ ਨੌਰ ਕੇ ਖੱਤਰੀ ਜਾਣ। ਉਹਨੇ ਨਾ ਇਹ ਗੁਰੂ ਕੇ ਇਤਿਹਾਸ ਨੂੰ ਕਾਵ ਰੂਪ ਚ ਲਿਖਿਆ ਹੈ। ਇੱਕ ਹੁੰਦਾ ਵਾਰਤਕ ਲਿਖਣਾ, ਇੱਕ ਕਸਬਾ ਵਾ ਕਲਾਨੌਰ, ਉੱਥੇ ਦੋ ਬੰਦੇ ਰਹਿੰਦੇ ਆ, ਉਹਦਾ ਨਾਂ ਇੱਕ ਦਾ ਨਾਂ ਜਸਪਤ ਰਾਏ ਆ, ਦੂਜੇ ਦਾ ਨਾਂ ਲਖਪਤ ਰਾਏ ਆ। ਇਹਨੂੰ ਕਹਿੰਦੇ ਨੇ ਵਾਰਤਕ ਰੂਪ। ਇੱਕ ਹੁੰਦਾ ਕਾਵ ਰੂਪ। ਉਸੇ ਗੱਲ ਨੂੰ ਕਵਿਤਾ 'ਚ ਕਹਿ ਦੇਣਾ ਕਿ ਲਖਪਤ ਜਸਪਤ ਭਇਓ ਦੀਵਾਨ ਕਲਾਨੌਰ ਕੇ ਖੱਤਰੀ ਜਾਣ। ਇਹ ਕਲਾਨੌਰ ਦੇ ਰਹਿਣ ਵਾਲੇ ਨੇ ਤੇ ਕਲਾਨੌਰ ਪੁਰਾਣਾ ਸ਼ਹਿਰ ਆ, ਉਦੋਂ ਗੁਰਦਾਸਪੁਰ ਨਹੀਂ ਸੀ ਅਜੇ ਏਡਾ। ਇੱਥੇ ਇੱਕ ਹਿੰਦੂਆਂ ਦਾ ਬਹੁਤ ਵੱਡਾ ਮੰਦਿਰ ਵੀ ਆ ਪੁਰਾਤਨ। ਇੱਥੇ ਬਾਦਸ਼ਾਹ ਅਕਬਰ ਦੀ ਦੱਸਦੇ ਆ ਕਿ ਤਾਜਪੋਸ਼ੀ ਵੀ ਹੋਈ ਆ। ਇਸ ਸ਼ਹਿਰ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਵੀ ਗੁਰਦੁਆਰਾ ਵਾ, ਕਿਉਂਕਿ ਉਹਨਾਂ ਨੇ ਇਸ ਕਲਾਨੌਰ ਨੂੰ ਲੁੱਟਿਆ ਵਾ। ਇਹ 1715 ਦੇ ਵਿੱਚ ਕਲਾਨੌਰ ਬਟਾਲਾ ਇੱਥੇ ਬੰਦਾ ਸਿੰਘ ਬਹਾਦਰ ਰਹੇ ਨੇ। ਉਹ ਫਿਰ ਇਹ ਦੋਵੇਂ ਭਰਾ ਜਿਹੜੇ ਸੀ ਸਰਕਾਰੀ ਦਰਬਾਰੇ ਸੂਬੇਦਾਰ ਜ਼ਕਰੀਆ ਖਾਨ ਦੇ ਸਰਕਾਰੀ ਮੁਲਾਜ਼ਮ ਸਨ, ਅਹੁਦੇਦਾਰ ਸਨ, ਦੀਵਾਨ ਸਨ, ਛੋਟੇ ਛੋਟੇ ਅਹੁਦੇ ਸੀ ਇਹਨਾਂ ਦੇ ਕੋਲ। ਤੇ ਜਿਹੜਾ ਇਹਦਾ ਭਰਾ ਸੀ, ਇਹ ਦੋ ਭਰਾ ਸਕੇ ਆ, ਇਹਨਾਂ ਦੇ ਵੱਡੇ ਵਡੇਰਿਆਂ 'ਚ ਹੋ ਸਕਦਾ ਹੈ ਚੰਦੂ ਹੋਵੇ, ਉਹ ਵੀ ਕਲਾਨੌਰ ਦਾ ਰਹਿਣ ਵਾਲਾ ਹੈ ਤੇ ਸਰਕਾਰੀ ਦੌਰੇ ਅਹੁਦੇ ਇਹਨਾਂ ਨੂੰ ਮਿਲਦੇ ਹੀ ਆਏ ਨੇ। ਇਹ ਦੋਵੇਂ ਭਰਾ, ਮੈਂ ਗੱਲ ਬਹੁਤੀ ਖਿਲਾਰਨੀ ਨਹੀਂ ਗਾ, ਮੈਂ ਸਿਰਫ ਗੱਲ ਕਰਨੀ ਆ ਇਹ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕਰਤਾਰਪੁਰ ਸ਼ਹਿਰ ਦੇ ਬਾਹਰ ਇੱਕ ਬਹੁਤ ਵੱਡਾ ਇਤਿਹਾਸਕ ਘਟਨਾ ਵਾਪਰੀ ਆ 1746 ਦੇ ਵਿੱਚ। ਉਸ ਨੂੰ ਕਹਿੰਦੇ ਨੇ ਛੋਟਾ ਘੱਲੂ ਘਾਰਾ। ਉਹ ਗੁਰਦਾਸਪੁਰ ਸ਼ਹਿਰ ਦੇ ਬਾਹਰ ਕੋਈ 5-7 ਕਿਲੋਮੀਟਰ ਹਟਵਾ ਉਹ ਗੁਰਦੁਆਰਾ ਹੈ। ਜਦੋਂ ਅਸੀਂ ਕਾਹਨੂੰਵਾਲ ਦੀ ਛੰਭ ਕਹਿੰਦੇ, ਕਾਹਨੂੰਵਾਲ ਲੋਕਾਂ ਨੂੰ ਬਹੁਤਾਂ ਨੂੰ ਪਤਾ ਨਹੀਂ ਹੈ। ਛੰਭ ਹੁੰਦੀ ਬਹੁਤ ਵੱਡਾ ਜੰਗਲ, ਉਹਨੂੰ ਛੰਭ ਬੋਲਿਆ ਜਾਂਦਾ ਸੀ। ਜਿੱਥੇ ਬਹੁਤੇ ਰੁੱਖ ਹੋਣ ਉਹਨਾਂ ਨੂੰ ਝਿੜੀ ਵੀ ਬੋਲਿਆ ਜਾਂਦਾ ਸੀ। ਚਲੋ ਨਾ ਹੁਣ ਝਿੜੀਆਂ ਰਹੀਆਂ ਤੇ ਨਾ ਹੁਣ ਕੋਈ ਛੰਭਾਂ ਹੀ ਰਹੀਆਂ। ਤੇ ਉਹ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਪੁਰਾਣੇ ਰੁੱਖ ਤੇ ਸਿਆਣੇ ਮਨੁੱਖ ਦੋਵੇਂ ਮੁੱਕ ਗਏ ਧਰਤੀ ਤੋਂ। ਖੈਰ, ਇਹ ਦੋਵੇਂ ਭਰਾ ਸੂਬਾ ਸਰਹੰਦ ਆਪਣਾ ਸੂਬਾ ਲਾਹੌਰ ਦੇ ਜ਼ਕਰੀਆ ਖਾਨ ਦੇ ਦਰਬਾਰ ਸਰਕਾਰੀ ਦਰਬਾਰ ਵਿੱਚ ਅਹੁਦੇਦਾਰ ਨੇ, ਦੀਵਾਨ ਨੇ। ਤੇ ਇਹਦਾ ਜਿਹੜਾ ਭਰਾ ਵਾ ਲਖਪਤ ਦਾ, ਦੂਸਰਾ ਪਾਰ ਜਸਪਤ ਰਾਏ, ਉਹਨੂੰ ਐਮਨਾਬਾਦ ਦੇ ਇਲਾਕੇ ਦੀ ਸੂਬੇ ਦਾ ਥੋੜੀ ਜਿਹੀ ਮਿਲੀ ਹੋਈ ਆ ਕੋਈ ਜ਼ਿੰਮੇਵਾਰੀ। ਤੇ ਇਹ ਗੱਲ ਕਿੱਥੋਂ ਆਰੰਭ ਹੁੰਦੀ ਆ ਜਿਹੜਾ ਇੱਥੇ ਇਹ ਛੋਟਾ ਘੱਲੂ ਘਾਰਾ ਵਾਪਰਿਆ। ਮੈਂ ਗੱਲ ਲੰਮੀ ਨਹੀਂ ਕਰਨਾ ਚਾਹੁੰਦਾ ਕਿ ਸਿੰਘ ਐਮਨਾਬਾਦ ਗੁਰਦੁਆਰਾ ਕੋਈ ਦੱਸਦੇ ਗੁਰੂ ਕਾ ਸਥਾਨ ਆ, ਉੱਥੇ ਸਿੰਘ ਬੈਠੇ ਹੋਏ ਨੇ। ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਥੋੜਾ ਕੋਈ ਜਲ ਪਾਣੀ ਮਿਲਿਆ, ਜਲ ਪਾਣੀ ਤਿਆਰ ਕਰਦੇ ਨੇ। ਤੇ ਇਹਨਾਂ ਨੇ ਇੱਕ ਚਿੱਠੀ ਲਿਖੀ ਆ ਉੱਥੋਂ ਦੀਵਾਨ ਆਪਣੇ ਜਸਪਤ ਰਾਏ ਨੂੰ कि दीवान हिंदू तुम गुरु बनायो, जसपत को इम लिख पठायो। ਸਿੰਘਾਂ ने एक चिट्ठी लिखी आ जसपत राय नूं कि आ जिहड़ा तू दीवान बनिया ना लाहौर दरबार दे विच, ये धन गुरु तेग बहादुर दा ही देन है
ਇਹ ਮਰਦ ਗੰਬੜਾ ਧੰਨ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ, ਤੁਹਾਡਾ ਧਰਮ ਬਚਿਆ। ਦੀਵਾਨ ਹਿੰਦੂ ਤੁਮ ਗੁਰੂ ਬਣਾਇਓ। ਜੇ ਧੰਨ ਗੁਰੂ ਤੇਗ ਬਹਾਦਰ ਕੁਰਬਾਨੀ ਨਾ ਕਰਦੇ, ਜੇ ਧੰਨ ਗੁਰੂ ਗੋਬਿੰਦ ਸਿੰਘ 4 ਪੁੱਤਰ ਨਾ ਵਾਰਦੇ, ਸਾਰੀ ਜ਼ਿੰਦਗੀ ਸੰਘਰਸ਼ ਨਾ ਕਰਦੇ, ਤੇ ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੀ ਕੁਚੀਲਤਾ ਕੁਤਾਬਣ ਪੁਰਾਣ ਕੀ। ਧਰਮ ਹੀ ਉਹ ਜਿਹੜਾ ਅੱਗੇ ਆ ਕੇ ਉਹਨੇ ਲਿਖਿਆ ਕਵੀ ਸੰਤੋਖ ਸਿੰਘ ਨੇ कि शाय जाती एकता बुलाए जाती एकता। देवी देव दोहरे संतोख सिंगा दूर होते, अगर गुरु गोबिंद सिंह की मूर्त ना होती जिवे करना निधान की। ये जो अरब कंट्री तो ये चलिया इस्लाम, जे इन्ना टुकड़ा बच गया पंजाब दा। ਸਿੰਘਾਂ ने आख्या जसपत राय तू हिंदू हाँ, ਤੇ ਇਸ ਹਿੰਦੂ ਧਰਮ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ 'ਚ ਆਪਾਂ ਕੁਰਬਾਨ ਕਰ ਗਏ ਆ। ਤੇ ਤੂੰ ਹਿੰਦੂ ਦੀਵਾਨ ਹਿੰਦੂ ਤੁਮ ਗੁਰੇ ਬਣਾਇਓ। ਇਹ ਚਿੱਠੀ ਲਿਖੀ ਸਿੰਘਾਂ ਨੇ। ਜੇ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਨਾ ਸਜਾਉਂਦਾ ਤੇ ਜਿਸ ਤਰ੍ਹਾਂ ਅਰਬ ਕੰਟਰੀਆਂ ਤੋਂ ਮੱਕੇ ਮਦੀਨੇ ਤੋਂ ਇਸਲਾਮ ਚੱਲਿਆ ਸੀ, ਇਹ ਚੱਲਦਾ ਚੱਲਦਾ ਕਲਕੱਤੇ ਬੰਬੇ ਤੱਕ ਜਾਣਾ ਸੀ। ਇਸ ਨੂੰ ਕਿਸੇ ਨੇ ਰੋਕ ਨਹੀਂ ਸਕਣਾ। ਜਿਸ ਨੂੰ ਰੋਕਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਜੇ ਰੋਕਿਆ ਤੇ ਧੰਨ ਗੁਰੂ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੱਡੂ ਕਲੂ ਮੈਂ ਸਾਕਾ। ਸਾਜਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਰ ਸਾਕਾ ਜਿਨ ਕੀਆ। ਵਾਹ ਵਾਹ। तेग बहादुर के चलत पयो जगत में सोग, है सब जग पयो जय 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 सुरलोक। उन्हां ਸਿੰਘਾਂ ने चिट्ठी लिखी आ जसपत राय नूं, पर तू हिंदू हाँ ते तू इदां ना कर, सानू घरां च रह लैण दे, सानू चल गुरद्वारियां च रह लैण दे, ते तू साडा खैड़ा ना कर। हमरा तुमरा बैर सो नाही, तू हिंदू हाँ तो इस धर्म की खातर धन गुरु तेग बहादुर ने बड़ी वड्डी कुरबानी की आ, ते तू इस तरह ना कर। हमरा तुमरा बैर सो नाही, बैर हमारा तुरकन माही। साडा वैर उन्हां नाल वा, तेरे नाल नहीं गा। तू साडा संजोग दे ते सानू गुरद्वारियां च घरां च रह लैण दे। ये चिट्ठी लिखी आ ਸਿੰਘਾਂ ने। पर जदों सरकारी आशीर्वाद होवे, कोई हंकार दे घोड़े ते सवार होवे, ते कौन सुनदा फिर किसी दी फरियाद। मैं अगे क्या सी, राजेशी मुकदम कुत्ते जायज गायन बैठे सुते, चाकर नेंदा पायन घाओ, रात पित कुत्त्यो झट जाओ। कौन सुनदा फिर? सुनना ते राजे नहीं है, ते राजा ही कुछ करन दिया है, ते सुनेगा कौन? ये फिर कहंदे आ भी ये ਸਿੰਘਾਂ ਤੇ ਚੜ੍ਹਾਈ करके आ गया, ਇਹਨੇ सुनी ना ਸਿੰਘਾਂ ਦੀ। ਐਮਨਾਬਾਦ ਆਣ ਕੇ ਕਹਿੰਦਾ, ਸੀਸ ਮੁਨੋ ਤੁਮ ਜਾਟ ਬਣਾਵੋ। ਤੁਸੀਂ ਮੈਨੂੰ ਕਹਿੰਦੇ ਹੋ ਨਾ ਵੀ ਜਸਪਤ ਤੂੰ ਸਾਡੇ ਪੱਖ ਦਾ ਹੋ ਜਾ। ਕਹਿੰਦਾ ਮੈਂ ਤੁਹਾਡੇ ਆ ਜਿਹੜੇ ਵੱਡੇ ਵੱਡੇ ਤੁਸੀਂ ਜੂੜੇ ਰੱਖੇ ਆ ਨਾ, ਇਹ ਮੁੰਨ ਦੂੰ ਤੁਹਾਡੇ ਸਾਰੇ ਦੇ ਸਾਰਿਆਂ ਨੂੰ, ਤੁਹਾਨੂੰ ਮੈਂ ਜਾਟ ਬਣਾ ਦੂੰ। ਸੀਸ ਮੁਨੋ ਤੁਮ ਜਾਟ ਬਣਾਵੋ, ਤੁਮਰੇ ਬਾਲਣ ਮਾਣ ਬਣਾਵੋ। ਇਹ ਤੁਹਾਡੇ ਲੰਬੇ ਲੰਬੇ ਦਾੜੇ ਕੱਟ ਕੇ, ਤੁਹਾਡੇ ਸਿਰਾਂ ਦੇ ਕੇਸ ਕੱਟ ਕੇ, ਮੈਂ ਰੱਸੀਆਂ ਬਣਾ ਕੇ ਤੇ ਖੂਹਾਂ ਦੀਆਂ ਟਿੰਡਾਂ ਬੰਨਣੀਆਂ। ਇੱਦਾਂ ਵੰਗਾਰਤਾ ਪੰਥ ਨੂੰ। ਵਾਹ ਵਾਹ ਵਾਹ। ਇੱਦਾਂ ਦੀ ਕੋਈ ਵੰਗਾਰ ਕੌਮ ਨੂੰ ਪਾ ਦੇਵੇ ਤੇ ਜੱਬੇ ਬਾਣ ਲਾਗੇ, ਜੱਬੇ ਰੋਸ ਜਾਗਿਓ, ਕਰਨ ਲੈ ਗੁਮਾਨ ਹਨਿਓ ਬਾਣ ਤਾਨ। ਸਿੱਖ ਨੂੰ ਕੋਈ ਆਖ ਦੇ ਵੀ ਤੇਰਾ ਦਾੜਾ ਮੁੰਨ ਕੇ ਮੈਂ ਰੱਸੀਆਂ ਬਣਾ ਦੂੰ। ਸਾਹਿਬ ਰਾਏ ਨੇ ਕਹਿ ਦਿੱਤਾ ਸੀ ਉੱਥੇ, ਪੱਟੀ ਦੇ ਚੌਧਰੀ ਨੇ। ਇਹ ਇੱਕ ਦੋ ਦੀਵਾਨ ਨਹੀਂ ਸੀ, ਇੱਕ ਪੂਰੀ ਚੌਂਕੜੀ ਸੀ ਜ਼ਕਰੀਆ ਖਾਨ ਦੇ ਜਿਹੜੀ ਪੰਜਾਬ ਦੇ ਵਿੱਚੋਂ ਸਿੰਘਾਂ ਦਾ ਖੁਰਾਕ ਖੋਜ ਮਟਾਉਣ ਤੇ ਲੱਗੀ ਹੋਈ ਸੀ। ਉਹਦੇ ਵਿੱਚ ਇੱਕ ਮੱਸਾ ਰੰਗੜ ਸੀ, ਮੰਡਾਲਾ ਪਿੰਡ ਅੰਮ੍ਰਿਤਸਰ ਦੇ ਲਾਗੇ ਦਾ ਰਹਿਣ ਵਾਲਾ। ਇੱਕ ਅੰਮ੍ਰਿਤਸਰ ਤੋਂ 20 ਕਿਲੋਮੀਟਰ ਹਟਾ ਜੰਡਿਆਲਾ ਗੁਰੂ ਕਾ, ਉਥੋਂ ਦਾ ਰਹਿਣ ਵਾਲਾ ਸੀ ਹਰ ਭਗਤ ਨਿਰੰਜਨੀਆਂ। ਮਜੀਠਾ ਆ ਜਿਹੜਾ ਮਜੀਠਾ ਅੰਮ੍ਰਿਤਸਰ ਦੇ ਲਾਗੇ, ਇਥੋਂ ਦੇ ਚੌਧਰੀ ਸਨ। ਇੱਕ ਧਰਮਦਾਸ ਸੀ। ਇਹ ਕੋਈ 7-8 ਹਿੰਦੂ ਸਰਕਾਰੀ ਦਰਬਾਰ ਨਾਲ ਰਲੇ ਹੋਏ ਤੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਤੇ ਤੁਲੇ ਹੋਏ ਸਨ। ਇਹ ਪੂਰੀ ਚੌਂਕੜੀ ਸੀ। ਲਖਪਤ ਰਾਏ, ਜਸਪਤ ਰਾਏ
ਮੱਸਾ ਰੰਗੜ ਹਰ ਭਗਤ ਨਿਰੰਜਣੀਆਂ, ਮਜੀਠੇ ਦੇ ਚੌਧਰੀ ਤੇ ਧਰਮਦਾਸ। ਇਹ ਜਦੋਂ ਇਹਨਾਂ ਨੇ ਇਸ ਜਸਪਤ ਨੇ ਆਣ ਕੇ ਸਿੰਘਾਂ ਨੂੰ ਵੰਗਾਰ ਦਿੱਤਾ ਕਿ ਤੁਹਾਡੇ ਲੰਮੇ ਦਾੜੇ ਕੱਟ ਕੇ ਤੇ ਤੁਹਾਡੇ ਜੂੜੇ ਕੱਟ ਕੇ ਮੈਂ ਰੱਸੀਆਂ ਬਣਾਉਂਗਾ ਤੇ ਖੂਹ ਚਲਾਉਂਗਾ। ਬਾਬਾ ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਕਰਨ ਲੈ ਕਮਾਨ। ਫਿਰ ਸਿੰਘਾਂ ਨੇ ਆਖਿਆ ਇਹ ਇਦਾਂ ਇਹਨੇ ਹੁਣ ਮੰਨਣਾ ਨਹੀਂ ਆ, ਚਿੱਠੀ ਲਿਖੀ ਸੀ ਨਹੀਂ ਮੰਨਿਆ, ਇਹ ਨਹੀਂ ਟਲਿਆ, ਇਹ ਚੜ੍ਹਾਈ ਕਰਕੇ ਆ ਗਿਆ, ਇਹਨੇ ਹੁਣ ਮੰਨਣਾ ਨਹੀਂ ਆ। ਫਿਰ ਉੱਥੇ ਖਾਲਸੇ ਨੇ ਖਲੋ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ। ਤਬ ਖਾਲਸੇ ਕਰੀ ਅਰਦਾਸ, ਕਿਉਂਕਿ ਸਿੱਖ ਅਰਦਾਸ ਸਿੱਖ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਇਹ ਰੋਟੀ ਖਾਣ ਲੱਗਾ ਵੀ ਉਸ ਦਾ ਧੰਨਵਾਦ ਕਰੇ, ਸੱਚੇ ਪਾਤਸ਼ਾਹ ਬੜੀ ਦੁਨੀਆ ਭੁੱਖੀ ਬੈਠੀ ਹੈ, ਤੂੰ ਖਾਣ ਵਾਸਤੇ ਮੈਨੂੰ ਦੇ ਦਿੱਤਾ। ਬੜੀ ਦੁਨੀਆ ਸੜਕਾਂ ਤੇ ਬੈਠੀ ਹੋਈ ਆ, ਮੈਨੂੰ ਰਹਿਣ ਵਾਸਤੇ ਤੂੰ ਘਰ ਦੇ ਦਿੱਤਾ। ਬੜੀ ਦੁਨੀਆ ਨੰਗੀ ਫਿਰਦੀ ਹੈ ਤੇ ਤੇਰੇ ਦਿੱਤੇ ਹੋਏ ਵਸਤਰ ਮੈਂ ਪਾ ਰਿਹਾ ਹਾਂ, ਸਭ ਕੁਝ ਦਿੱਤਾ। ਸਿੱਖ ਹਰ ਸਮੇਂ ਅਰਦਾਸ ਕਰਦਾ, ਕੱਪੜਾ ਪਾਉਣ ਲੱਗਾ ਵੀ, ਸੌਣ ਲੱਗਾ ਵੀ, ਸਭ ਤਰ੍ਹਾਂ ਦੀਆਂ ਅਰਦਾਸਾਂ ਮਹਾਰਾਜ ਨੇ ਸਿਖਾਈਆਂ ਖਾਲਸੇ ਨੂੰ। ਪਰ ਇੱਥੇ ਖਾਲਸੇ ਨੇ ਕੋਈ ਨਵੇਂ ਕਿਸਮ ਦੀ ਅਰਦਾਸ ਕੀਤੀ ਹੈ। ਜਦੋਂ ਜਸਪਤ ਨਹੀਂ ਨਾ ਮੰਨਿਆ, ਸਿੰਘਾਂ ਨੇ ਆਖਿਆ ਨਾ ਲੜ ਸਾਡੇ ਨਾਲ, ਅਸੀਂ ਸਾਡੇ ਵੱਡੇ ਵਡੇਰੇ ਧੰਨ ਗੁਰੂ ਤੇਗ ਬਹਾਦਰ ਤੇਰੇ ਧਰਮ ਨੂੰ ਬਚਾਉਂਦੇ ਰਹੇ ਨੇ, ਆਪਾਂ ਵਾਰ ਗਏ ਨੇ, ਤੇ ਤੂੰ ਨਾ ਇਸ ਤਰ੍ਹਾਂ ਕਰ। ਹਮਰਾ ਤੁਮਰਾ ਬੈਰ ਨਾ ਕੋਈ, ਬੈਰ ਸੋ ਹਮਰਾ ਤੁਰਕਣ ਮਾਹੀ, ਤੁਮੇ ਦੀਵਾਨ ਹਿੰਦੂ ਤੁਮ ਗੁਰੇ ਬਣਾਇਓ। ਇਹ ਨਹੀਂ ਟਲਿਆ। ਜਦੋਂ ਚੜ੍ਹਾਈ ਕਰਕੇ ਆ ਗਿਆ ਤੇ ਫਿਰ ਸਿੰਘਾਂ ਨੇ ਤਬ ਖਾਲਸੇ ਕਰੀ ਅਰਦਾਸ। ਹੁਣ ਕੀ ਸੀ, ਜਦੋਂ ਕੋਈ ਆਪਣੇ ਉੱਤੇ ਚੜ੍ਹਾਈ ਕਰਕੇ ਆ ਜੇ, ਕੋਈ ਘਰ ਬੈਠੇ ਨੂੰ ਮਾਰਨੇ ਆ ਜਾਵੇ, ਤੇ ਸੱਚੇ ਬਾਦਸ਼ਾਹ ਨੇ ਫਿਰ ਖਾਲਸੇ ਨੂੰ ਹਦਾਇਤ ਕੀਤੀ ਆ, ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜ਼ਸਤ, ਹਲਾਲ ਅਸਤਨ ਬੁਰਦਨ ਬਾਦ ਸ਼ਮਸ਼ੀਰ ਦਸਤ। ਜਦੋਂ ਕੋਈ ਦਲੀਲ ਵਕੀਲ ਨਾ ਚੱਲੇ, ਚੂਕਾਰ ਅੱਜ ਹਮਾ ਹੀਲ ਤੇ, ਹੀਲੇ ਵਸੀਲੇ ਸਾਰੇ ਮੁੱਕ ਜਾਣ। ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜ਼ਸਤ, ਹਲਾਲ ਅਸਤ ਫਿਰ ਜਾਇਜ਼ ਹੈ, ਬਾ ਸ਼ਮਸ਼ੀਰ ਦਸਤ ਫਿਰ ਤਲਵਾਰ ਫੜਨਾ। ਹੁਣ ਜਣਾ ਖਣਾ ਹੀ ਤਲਵਾਰ, ਬਿਨਾਂ ਮਤਲਬ ਤੋਂ ਤਲਵਾਰਾਂ। ਕਹਿੰਦੇ ਸੀ ਪਾਰਲੀਮੈਂਟ ਵਿੱਚ ਤਲਵਾਰ ਹੀ ਲੈ ਕੇ ਜਾਣੀ ਹੈ। ਪਾਰਲੀਮੈਂਟ ਕੋਈ ਤਲਵਾਰ ਖੜਨ ਦਾ ਕੋਈ ਮਤਲਬ ਨਹੀਂ ਹੈ। ਨੁਕਸਾਨ ਕਰਾਤਾ ਉਸ ਸਮੇਂ ਸਾਡਾ ਇਹਨਾਂ ਲੋਕਾਂ ਨੇ। ਜਦੋਂ ਆਗੂ ਇਹ ਅੜੀਆਂ ਨਾ ਕਰਦੇ ਪਏ ਅਸੀਂ ਪਾਰਲੀਮੈਂਟ 'ਚ ਤਲਵਾਰ ਲੈ ਕੇ ਜਾਣਾ, ਹੋ ਸਕਦਾ ਕੌਮ ਦਾ ਘਾਣ ਨਾ ਹੁੰਦਾ, ਪਰ ਇਹ ਕਰਾਉਣਾ ਚਾਹੁੰਦੇ ਨੇ। ਮੈਂ ਇਸ ਪਾਸੇ ਨਾ ਜਾਵਾਂ, ਇਹ ਬੜੀਆਂ ਹੋਰ ਪਾਸੇ ਨੂੰ ਜਾਣ ਵਾਲੀਆਂ ਗੱਲਾਂ। ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਕਰਨ ਲੈ ਕਮਾਨ ਤਬ ਖਾਲਸੇ ਕਰੀ ਅਰਦਾਸ। ਜਦੋਂ ਇਹ ਹਟਾਇਆ ਨਹੀਂ ਹਟਿਆ, ਤੇ ਸਿੰਘਾਂ ਨੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਨੂੰ ਆਖਿਆ, ਸੱਚੇ ਪਾਤਸ਼ਾਹ ਇਹ ਤੇਰੇ ਬਖਸ਼ਿਆਂ ਦਾੜਿਆਂ ਨੂੰ ਤੇ ਮਸ਼ਹਿਰਿਆਂ ਨੂੰ ਤੇ ਕੇਸਾਂ ਨੂੰ ਇੱਕ ਖੱਤਰੀ ਵੰਗਾਰ ਦਿਆ ਈ। ਕਹਿੰਦਾ ਮੈਂ ਤੁਹਾਨੂੰ ਖਤਮ ਨਹੀਂ ਕਰੂੰਗਾ, ਤੁਹਾਡੇ ਵਾਲ ਵੀ ਵੱਡੂੰਗਾ ਤੇ ਰੱਸੀਆਂ ਬਣਾਉਂਗਾ ਤੇ ਖੂਹ ਚਲਾਉਂਗਾ। ਤਬ ਖਾਲਸੇ ਕਰੀ ਅਰਦਾਸ। ਸੱਚੇ ਪਾਤਸ਼ਾਹ ਦੇ ਅੱਗੇ ਖਲੋ ਕੇ ਸਿੰਘ ਅਰਦਾਸ ਕਰਨ ਤੇ ਗੁਰੂ ਗੋਬਿੰਦ ਸਿੰਘ ਸੁਣੇ ਨਾ, ਕਿਵੇਂ ਹੋ ਸਕਦਾ ਹੈ। ਇਨ ਪੰਚਨਵੇਂ ਮੇਰੋ ਵਾਸਾ, ਜਿੱਥੇ 5-7 ਗੁਰੂ ਕੇ ਲਾਲ ਖਲੋਤੇ ਹੋਣ ਤੇ ਗੁਰੂ ਅੱਗੇ ਅਰਦਾਸ ਕਰੇ, ਗੁਰੂ ਸੁਣੇ ਨਾ, ਇਹ ਕਿਵੇਂ ਹੋ ਸਕਦਾ ਹੈ। ਅਰਦਾਸ ਕੀ ਕਰੀ ਤਬ ਖਾਲਸੇ ਕਰੀ ਅਰਦਾਸ, ਖੱਤਰੀ ਮਾਰੇ ਇਹ ਹੋਏ ਕਾਜ। ਆ ਖੱਤਰੀ ਨੇ ਆਣ ਕੇ ਵੰਗਾਰਿਆ, ਅਸੀਂ ਖੱਤਰੀ ਨੂੰ ਮਾਰਨ ਚੱਲੇ ਆ। ਸਿੰਘ ਗੁਰਦੁਆਰੇ ਖਲੋਤੇ ਸੀ ਅਮਨਾਬਾਦ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਖੱਤਰੀ ਨੇ ਵੰਗਾਰ ਦਿੱਤਾ ਹੈ, ਅਸੀਂ ਖੱਤਰੀ ਨੂੰ ਸੋਧਣ ਚੱਲੇ ਆ, ਇਹ ਕਾਰਜ ਰਾਸ ਹੋਣਾ ਚਾਹੀਦਾ ਹੈ। ਵੇਖੋ ਸਿੱਖ ਕਦੀ ਕਦੀ ਮਹਾਰਾਜ ਨੂੰ ਲਾਡਨ ਵਾਸਤੇ ਐਸੀਆਂ ਬਾਤਾਂ ਕਹਿ ਦਿੰਦੇ ਸੀ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਜੇ ਸਾਡਾ ਪਿਆਰ ਹੋਊਗਾ ਗੁਰੂ ਨਾਲ ਤੇ ਜੋ ਬਾਤ ਮਰਜ਼ੀ ਗੁਰੂ ਨਾਲ ਕਰ ਲਈਏ, ਤੇ ਜੇ ਲਾਡ ਹੀ ਨਹੀਂ ਪਿਆਰ ਹੀ ਨਹੀਂ ਆ ਫਿਰ ਕੈਸੀ ਬਾਤ ਕਰਾਂਗੇ ਗੁਰੂ ਨਾਲ ਵੀ। ਤਬ ਖਾਲਸੇ ਕਰੀ ਅਰਦਾਸ, ਖੱਤਰੀ ਮਾਰੇ ਹੋਏ ਕਾਜ।
ਇਹਦਾ ਅਸੀਂ ਸਿਰ ਵੱਢਣ ਚੱਲੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜਸਪਤ ਰਾਏ ਦਾ ਇਹ ਕਾਰਜ ਸਾਡਾ ਸਫਲ ਹੋਣਾ ਚਾਹੀਦਾ ਹੈ। ਸਿੰਘ ਕਰਕੇ ਅਰਦਾਸ ਬਾਹਰ ਆ ਗਏ, ਲੜਾਈ ਸ਼ੁਰੂ ਹੋ ਗਈ। ਸਿੰਘ ਥੋੜੇ ਸੀ, ਉਹ ਜਸਪਤ ਰਾਏ ਹਾਥੀ ਤੇ ਬੈਠਾ ਹੋਇਆ ਸੀ, ਗੱਲ ਲੰਮੀ ਨਾ ਹੋ ਜੇ। ਤੇ ਇੱਕ ਸਿੰਘ ਸੀ ਇਹਨਾਂ ਦੇ ਵਿੱਚ, ਰੰਗਰੇਟਾ ਸਿੰਘ, ਮਜਬੀ ਸਿੰਘ ਸੂਰਮਾ, ਭਾਈ ਨਬਾਉਰ ਸਿੰਘ। ਇਹ ਗੁਰੂ ਗੋਬਿੰਦ ਸਿੰਘ ਨੇ ਜਾਤਾਂ ਪਾਤਾਂ ਖਤਮ ਕੀਤੀਆਂ, ਪਰ ਨਹੀਂ, ਅਸੀਂ ਉਹ ਨਹੀਂ, ਸੱਚੇ ਪਾਤਸ਼ਾਹ ਦੇ ਹੁਕਮ ਤੇ ਪੂਰੇ ਨਹੀਂ ਉਤਰ ਸਕੇ। ਆ ਹੁਣ ਵੇਖੋ ਦਲਾਂ ਦੇ ਵਿੱਚ ਹੁਣ ਮਸਲਾ ਖੜਾ ਹੋ ਗਿਆ ਵੀ ਇਹ ਦਲਾਂ ਵਿੱਚ ਮਜਬੀ ਸਿੰਘਾਂ ਨੂੰ ਅੰਮ੍ਰਿਤ ਵੱਖਰਾ ਛਕਾਉਂਦੇ ਨੇ, ਜੱਟਾਂ ਨੂੰ ਵੱਖਰਾ ਛਕਾਉਂਦੇ ਨੇ। ਕੈਸੀਆਂ ਬਾਤਾਂ। ਉਹ ਜਿਹੜੇ ਗੁਰੂ ਗੋਬਿੰਦ ਸਿੰਘ ਨੇ 5 ਚੁਣੇ ਸੀ, ਉਹ 5-6 ਜਾਤਾਂ ਦੇ ਸੀ। 5 ਜਾਤਾਂ ਦੇ ਵਿੱਚ ਨਾਈ ਵੀ ਸੀ, ਸ਼ੀਂਬੇ ਸੀ, ਮਹਿਰੇ ਵੀ ਸੀ। ਇਹ ਫੇਰ ਫਿਰਕਾਵਾਰੂ ਲੋਕ ਸਾਡੇ 'ਚ ਪੈਦਾ ਹੋ ਗਏ। ਰਹਿੰਦੀ ਖੁੰਦੀ ਕਸਰ ਉਹ ਜਿਹੜਾ ਗੁਰਿੰਦਰ ਸਿੰਘ ਲੁਧਿਆਣੇ ਵਾਲਾ, ਉਹ ਨਵਾਂ ਹੀ ਕੋਈ ਉੱਠ ਕੇ ਨਵੇਂ ਫਸਾਦ ਖੜੇ ਕਰ ਲਾ ਪਿਆ ਸਿੱਖ ਕੌਮ ਦੇ ਵਿੱਚ। ਪਰ ਫਿਰ ਵੀ ਦਲਾਂ ਨੇ ਇਕੱਠ ਕਰਕੇ ਉਹਦੀ ਵਿਰੋਧਤਾ ਕਰ ਦਿੱਤੀ, ਉਹਦੇ ਉਲਟ ਜਾਰੀ ਹੁਕਮਨਾਮਾ ਜਾਰੀ ਕਰਤਾ ਵੀ ਸਿੱਖ ਕੌਮ ਇਹੋ ਜਿਹੇ ਵਿਅਕਤੀ ਨੂੰ ਮੂੰਹ ਨਾ ਲਾਵੇ ਜਿਹੜਾ ਫਿਰਕਾ ਪਰਸਤੀ ਤੇ ਜੈ ਭੀਮ ਤੇ ਉਰਲੇ ਪਦੇ ਪਾਣੇ ਕੀ ਕਰਦਾ। ਠੀਕ ਆ, ਜਿਹੜਾ ਕੋਈ ਆਪਣੇ ਧਰਮ ਨੂੰ ਮੰਨਣ ਵਾਲਾ ਮੰਨੇ, ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਆ, ਜਿਹਦੀ ਮਰਜ਼ੀ ਕੋਈ ਜੈ ਬੋਲੇ, ਪਰ ਸਾਨੂੰ ਤੇ ਗੁੰਮਰਾਹ ਨਾ ਕਰੋ, ਸਾਨੂੰ ਤੇ ਇਹਨਾਂ ਵੰਡੀਆਂ ਨਾ ਸਾਡੀ ਕੌਮ 'ਚ ਪਾਓ। ਵੰਡੀਆਂ ਇੱਥੇ ਤੇ ਅੱਗੇ ਕੌਮ ਦਲਾਂ 'ਚ ਵੰਡੀ ਪਈ ਹੈ। ਫਿਰ ਇਹ ਰੰਗਰੇਟਾ ਸਿੰਘ, ਨਬਾਉ ਸਿੰਘ ਜਦੋਂ ਗਾਂਹ ਗਿਆ, ਇਹ ਹਾਥੀ ਦੇ ਪਿਛਲੇ ਪਾਸੇ ਜਾ ਕੇ, ਛੋਟੇ ਜਿਹਾ ਕੱਦ ਦਾ ਸੀ, ਇਹ ਹਾਥੀ ਦੀ ਪਿਛਲੀ ਲੱਤ ਥਾਣੀ ਤਾਂ ਨੂੰ ਚੜ ਗਿਆ, ਪੂਛ ਫੜ ਕੇ ਹਾਥੀ ਦੇ ਉੱਤੇ ਚੜ ਗਿਆ। ਇਹਨੇ ਜਾ ਕੇ ਜਸਪਤ ਰਾਏ ਦੇ ਮਾਰਿਆ, ਤੇਗਾ ਸਿਰਾ ਹੋ ਗਿਆ ਲੱਥ ਕੇ। ਤੇ ਜਦੋਂ ਸਰਦਾਰ ਮਰ ਜਾਣ, ਫੌਜਾਂ ਆਪੇ ਭੱਜ ਜਾਂਦੀਆਂ। ਸਿਆਣੇ ਕਹਿੰਦੇ ਹੁੰਦੇ ਆ ਨਾ, ਜੇ ਸਰਦਾਰ ਸਹੀ ਹੋਵੇ, ਤਕੜਾ ਹੋਵੇ, ਫੌਜਾਂ ਮਾੜੀਆਂ ਹੋਣ, ਜਰਨਲ ਸਹੀ ਹੋਵੇ, ਜਰਨੈਲ ਸਹੀ ਹੋਵੇ, ਫੌਜਾਂ ਮਾੜੀਆਂ ਵੀ ਹੋਣ ਤਾਂ ਵੀ ਜਿੱਤਾਂ ਹੋ ਜਾਂਦੀਆਂ ਨੇ। ਤੇ ਜੇ ਜਰਨੈਲ ਮਾੜਾ ਹੋਵੇ, ਫੌਜਾਂ ਤਕੜੀਆਂ ਹੋਣ ਤਾਂ ਵੀ ਹਾਰਾਂ ਹੋ ਜਾਂਦੀਆਂ ਨੇ। ਇਹ ਜਦੋਂ ਜਸਪਤ ਰਾਏ ਦਾ ਭਾਈ ਰੰਗਰੇਟਾ ਸਿੰਘ, ਭਾਈ ਨਬਾਉਰ ਸਿੰਘ ਨੇ ਸਿਰ ਵੱਢ ਦਿੱਤਾ, ਸਿਰ ਵੱਢਿਆ ਗਿਆ, ਜਿਹੜਾ ਮੁਖੀਆ ਸੀ ਵੱਢਿਆ ਗਿਆ, ਬਾਕੀ ਭੱਜ ਗਏ। ਉਹ ਜਿੱਦਾਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਜਫਰਨਾਮੇ ਦਾ ਸ਼ੇਰ ਮੈਨੂੰ ਯਾਦ ਆ ਗਿਆ। ਉਹ ਕਹਿੰਦੇ, ਚੂ ਦੀਦਮ ਕੇ ਨਹਰ ਬਿਆਮਦ, ਮੈਂ ਆਪਣੀ ਚੂ ਦੀਦਮ, ਦੀਦਮ ਕਹਿੰਦੇ ਨੇ ਅੱਖਾਂ ਨੂੰ, ਮੈਂ ਆਪਣੀਆਂ ਅੱਖਾਂ ਦੇ ਨਾਲ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਚਮਕੌਰ ਦੀ ਗੜੀ ਅੰਦਰ ਬੈਠਿਆ, ਮੈਂ ਆਪਣੀਆਂ ਅੱਖਾਂ ਦੇ ਨਾਲ ਇੱਕ ਬੰਦਾ ਵੇਖਿਆ। ਚੂ ਦੀਦਮ ਕੇ ਨਹਰ, ਉਹ ਨਾਰ ਖਾਂ ਫੌਜ ਦਾ ਮੁਖੀਆ, ਚੂ ਦੀਦਮ ਕੇ ਨਾਰ ਬਿਆਮਦ ਬੇਜੰਗ, ਉਹ ਮੈਦਾਨੇ ਜੰਗ ਵੱਲ, ਕੱਚੀ ਗੜੀ ਵੱਲ ਸਾਡੇ ਵੱਲ ਆ ਰਿਹਾ ਹੈ। ਚਸੀਦੇ ਜੱਕੇ ਤੀਰ ਮਨ ਬੇਦਰੰਗ, ਮੈਂ ਬੜੀ ਛੇਤੀ ਦੇ ਨਾਲ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਚਸੀਦੇ ਜੱਕੇ ਮਨ ਬੇਦਰੰਗ, ਮੈਂ ਬੜੀ ਛੇਤੀ ਦੇ ਨਾਲ ਆਪਣੇ ਇੱਕ ਤੀਰ ਦਾ ਸਵਾਦ ਉਸ ਨਾਰ ਖਾਂ ਨੂੰ ਚਖਾ ਦਿੱਤਾ। ਤੇ ਜਦੋਂ ਉਹ ਫੌਜ ਦਾ ਜਰਨੈਲ ਸੀ ਨਾਰ ਖਾਂ, ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਮਾਰਿਆ ਗਿਆ, ਫੌਜ ਭੱਜ ਗਈ। ਜਰਨੈਲਾਂ ਦੇ ਆਸਰੇ ਫੌਜਾਂ ਲੜਦੀਆਂ ਹੁੰਦੀਆਂ। ਉਹ ਫਿਰ ਜਦੋਂ ਇਹ ਸਿਰ ਵੱਢ ਦਿੱਤਾ ਗਿਆ, ਫੌਜ ਭੱਜ ਗਈ, ਜਸਪਤ ਵੱਢਿਆ ਗਿਆ, ਸਿੰਘਾਂ ਨੇ ਇਹਦਾ ਸਿਰ ਚੁੱਕ ਲਿਆ, ਲੈ ਕੇ ਚਲ ਗਏ। ਇਹਦਾ ਧੜ ਲੈ ਕੇ ਜਦੋਂ ਘਰ ਗਏ, ਕਹਿੰਦੇ ਸਿਰ ਕਿੱਥੇ ਆ? ਕਹਿੰਦੇ ਉਹ ਸਿੰਘਾਂ ਨੇ ਰੱਖ ਲਿਆ। ਉਹ ਸਿਰ ਲੈਣ ਗਏ ਜਸਪਤ ਰਾਏ ਦਾ ਸਿੰਘਾਂ ਦੇ ਕੋਲ। ਸਿੰਘਾਂ ਨੇ ਆਖਿਆ ਪਾਪੀ ਦਾ ਸਿਰ ਨਹੀਂ ਦੇਣਾ, ਜਿੱਦਾਂ ਮੱਸੇ ਰੰਗੜ ਦਾ ਲੈ ਗਏ ਸੀ ਸਿੰਘ ਬੀਕਾਨੇਰ, ਸੁੱਖਾ ਸਿੰਘ ਤੇ ਮਤਾਬ ਸਿੰਘ, ਇਹਦਾ ਵੀ ਸਿਰ ਲੈ ਗਏ ਸਿੰਘ ਵੱਢ ਕੇ। ਇਹਦੀ ਘਰ ਦੀ ਦੋ ਹੱਥੜਿਆਂ ਪਾਉਂਦੀ ਆ ਵੀ ਸਿਰ ਮੂੰਹ ਨੂੰ ਤੇ ਵੇਖਣਾ ਹੀ, ਬਾਕੀ ਧੜ ਨੂੰ ਮੈਂ ਕੀ ਵੇਖਾਂ, ਜਿਹਨੂੰ ਵੇਖਣਾ ਉਹ ਤੇ ਹੈ ਹੀ ਨਹੀਂਗਾ ਇਹਦੇ ਨਾਲ। ਇਹ ਫਿਰ ਕਹਿੰਦੇ ਇੱਕ ਕਿਰਪਾ ਰਾਮ ਬ੍ਰਾਹਮਣ ਗਿਆ ਸਿੰਘਾਂ ਦੇ ਕੋਲ, ਕਹਿਣ ਲੱਗਾ ਸਿੰਘੋ ਉਹ ਜਸਪਤ ਰਾਏ ਦਾ ਸਿਰ ਦੇ ਦਿਓ। ਕਹਿ ਲਾਂਗੇ ਇਹ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਰਿਹਾ 50-50 ਰੁਪਈਏ, ਤੇ ਅਸੀਂ ਵੀ ਮੁਫਤ ਨਹੀਂ ਦੇਣਾ। ਜੇ ਇਹ ਸਿਰ ਖੜਨਾ ਤੇ 500 ਰੁਪਈਆ ਖਾਲਸੇ ਨੂੰ ਦਿਓ ਤੇ ਲੈ ਜਾਓ ਸਿਰ, ਅਸੀਂ ਕੀ ਕਰਨਾ? ਇਹ ਗੰਦੇ ਸਿਰ ਨੂੰ ਅਸੀਂ ਕੀ ਕਰਨਾ? ਉਹ ਫਿਰ ਕਹਿੰਦੇ ਕਿਰਪਾ ਰਾਮ ਬ੍ਰਾਹਮਣ ਨੇ 500 ਰੁਪਈਆ ਦੇ ਕੇ ਸਿੰਘਾਂ ਦੇ ਕੋਲੋਂ ਸਿਰ ਲਿਆ ਜਸਪਤ ਰਾਏ ਦਾ।
ਇਹ ਫਿਰ ਜਦੋਂ ਇਹਦਾ ਭਰਾ ਸੀ ਦੂਸਰਾ ਲਖਪਤ ਰਾਏ, ਜਿੱਥੋਂ ਗੁਰਦਾਸਪੁਰ ਦੇ ਕਾਹਨੂਵਾਲ ਸ਼ੰਭ ਦੀ ਦਾਸਤਾਨ ਆਰੰਭ ਹੁੰਦੀ ਹੈ, ਇੱਥੋਂ ਆਰੰਭ ਹੁੰਦੀ ਹੈ। ਇਹ ਫਿਰ ਜਦੋਂ ਇਹਦੇ ਭਰਾ ਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਸਿੱਖਾਂ ਨੇ ਮਾਰ ਦਿੱਤਾ, ਤੇ ਸਿੱਖਾਂ ਨਾਲ ਤੇ ਅੱਗੇ ਖੈਰ ਬੜੀ ਰੱਖਦਾ ਸੀ, ਖਹਿਬਾਜੀ। ਇਹ ਫਿਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਗਿਆ। ਇਹਨੇ ਜਾ ਕੇ ਆਪਣੀ ਪੱਗ ਲਾਹ ਦਿੱਤੀ। ਪੁਰਾਣੇ ਸਮੇਂ 'ਚ ਹਿੰਦੂ ਪੱਗਾਂ ਬੰਨ੍ਹਦੇ ਹੁੰਦੇ ਸਨ, ਬਜ਼ੁਰਗ ਅਜੇ ਵੀ ਬੰਨ੍ਹਦੇ ਨੇ ਜਿੱਥੇ ਜਿੱਥੇ ਕੋਈ ਹੈਗਾ। ਇਹਨੇ ਕੀ ਕੀਤਾ, ਫੇਰ ਆਣ ਮੈਂ ਬੰਦੂੰਗਾ ਸਿੰਘਣ ਪੰਥ ਗਾਰ। ਕਹਿਣ ਲੱਗਾ, ਇਹਨੇ ਪੱਗ ਲਾ ਕੇ ਜ਼ਕਰੀਆ ਖਾਨ ਦੇ ਸਿਰ ਤੇ ਰੱਖ ਦਿੱਤੀ ਤੇ ਆਖਿਆ, ਇਹ ਮੈਂ ਪੱਗ ਬੰਨਣੀ ਨਹੀਂ ਆ, ਹੁਣ ਮੈਂ ਉਦੋਂ ਬੰਨਣੀ ਆ ਜਦੋਂ ਕੋਈ ਪੱਗਾਂ ਵਾਲਾ ਇਸ ਧਰਤੀ ਤੇ ਨਾ ਰਿਹਾ। ਵਾਹ ਵਾਹ, ਕੈਸਾ ਸੰਕਲਪ ਲੈ ਲਿਆ ਨੇ। ਕਹਿਣ ਲੱਗਾ, ਇਹ ਪੱਗ ਹੁਣ ਜਸਪਤ ਤਾਂ ਮਾਰਿਆ ਗਿਆ। ਉਹ ਕਵੀ ਪੜ੍ਹਦੇ ਹੁੰਦੇ ਵੀ ਜਸਪਤ ਸਿੰਘਾਂ ਹੱਥੋਂ ਗਿਆ ਮਾਰਿਆ, ਤੇ ਤਾਹਾਂ ਮਾਰ ਕੇ ਲਖਪਤ ਪੁਕਾਰਿਆ। ਇਹਨੇ ਫਿਰ ਆਖਿਆ ਜ਼ਕਰੀਆ ਖਾਨ ਨੂੰ ਵੀ ਇਹ ਪੱਗ ਤੇ ਮੈਂ ਲਾ ਕੇ ਰੱਖਤੀ ਤੇਰੇ ਪੈਰਾਂ 'ਚ, ਜਿੰਨਾ ਚਿਰ ਪੱਗਾਂ ਵਾਲੇ ਇਸ ਧਰਤੀ ਨੇ ਉਹਨਾਂ ਚਿਰ ਮੈਂ ਪੱਗ ਨਹੀਂ ਬੰਨਣੀ, ਪਹਿਲੋਂ ਮੈਂ ਇਹਨਾਂ ਨੂੰ ਮੁਕਾਉਣਾ। ਹੁਣ ਕੈਸਾ ਸੰਕਲਪ ਵਾ। ਉਹ ਫਿਰ ਮੈਂ ਪੀ ਖਤਰੀ ਪੰਥ, ਮੈਂ ਪੀ ਖਤਰੀ ਤੋਹੂ ਕਹਾਊ। ਜਿੱਦਾਂ ਗੁਰੂ ਗੋਬਿੰਦ ਸਿੰਘ ਆਖਿਆ ਕਿ 1.25 ਲੱਖ ਸੇਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹੂੰ, ਇਹ ਕਹਿੰਦਾ ਮੈਂ ਪੀ ਖਤਰੀ ਤਬੇ ਕਹਾਊ, ਪੰਥ ਖਾਲਸਾ ਗਾਰ ਮਕਾਊ। ਇਹ ਜਿਹੜਾ ਪੰਥ ਆ, ਇਹ ਇੱਕ ਖੱਤਰੀ ਨੇ ਬਣਾਇਆ, ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ, ਤੇ ਅੱਜ ਇਹਨੂੰ ਖੱਤਰੀ ਖਤਮ ਕਰੂਗਾ ਲਖਪਤ ਰਾਏ। ਕੈਸਾ ਸੰਕਲਪ ਹੈ। ਇਹਨੂੰ ਚਲਾਉਣ ਵਾਲਾ ਵੀ ਇੱਕ ਖੱਤਰੀ ਹੈ ਸਿੱਖ ਪੰਥ ਨੂੰ। ਤੇ ਅੱਜ ਇੱਕ ਲਖਪਤ ਰਾਏ ਕਲਾਨੌਰ ਦਾ ਰਹਿਣ ਵਾਲਾ ਜ਼ਕਰੀਆ ਖਾਨ ਦਾ ਦੀਵਾਨ ਲਖਪਤ ਰਾਏ ਕਹਿਣ ਲੱਗਾ, ਮੈਂ ਤਾਂ ਖੱਤਰੀ ਕਹਾਊਂਗਾ ਜੇ ਇਸ ਖੱਤਰੀ ਦੇ ਚਲਾਏ ਧਰਮ ਨੂੰ ਖਤਮ ਕਰ ਦੂੰਗਾ। ਇਹਨੇ ਹੁਣ ਸੰਕਲਪ ਲੈ ਲਿਆ, ਪੱਗ ਲਾ ਕੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਰੱਖ ਦਿੱਤੀ। ਤੇ ਲਓ ਇਹਨੇ ਹੁਣ ਕੀਤਾ ਕੀ ਹੈ। ਪਹਿਲੇ ਦਿਨ ਪਕੜੇ ਸਿੰਘ, ਇਹਨੇ ਉਹ ਪਹਿਲੇ ਦਿਨ ਉਹ ਬੰਦੇ ਫੜ ਲਏ ਜਿਹੜੇ ਇਹਦੇ ਕੋਲ ਨੌਕਰੀ ਕਰਦੇ ਸੀ ਪਰ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਸੀ। ਛੋਟੇ ਛੋਟੇ ਕਾਰੋਬਾਰੀ ਲਾਹੌਰ ਸ਼ਹਿਰ ਦੇ ਜਿੰਨੇ ਸੀ ਨੇ ਫੜ ਲਏ। ਗਰੀਬ ਸਿੱਖ ਫੜ ਲਏ ਜਿਹੜੇ ਉੱਥੇ ਲਾਹੌਰ ਸ਼ਹਿਰ 'ਚ ਕਿਰਤ ਕਰਦੇ ਸੀ, ਕੋਈ ਛੋਟੀਆਂ ਦੁਕਾਨਾਂ ਸੀ। ਕਿਉਂਕਿ ਇਹਨੇ ਪੱਗ ਜੂ ਲਾ ਕੇ ਰਾਤੀ ਦੇ ਆਖਿਆ ਵੀ ਮੈਂ ਪੱਗ ਤਾਂ ਬੰਨਣੀ ਆ ਜਿੱਦਣ ਪੱਗਾਂ ਵਾਲੇ ਸਾਰੇ ਮੁੱਕ ਜਾਣਗੇ। ਤੇ ਇਹਨੇ ਆਪਣੇ ਲਾਹੌਰ ਸ਼ਹਿਰ ਤੋਂ ਗੱਲ ਆਰੰਭ ਕਰ ਦਿੱਤੀ ਸਿੱਖਾਂ ਨੂੰ ਮੁਕਾਉਣ ਦੀ। ਇਹਨੇ ਉਹ ਹਜ਼ਾਰਾਂ ਬੰਦੇ ਫੜ ਲਏ ਤੇ ਨਾਈਆਂ ਨੂੰ ਹਦਾਇਤ ਕੀਤੀ ਵੀ ਇਹਨਾਂ ਦੇ ਸਿਰ ਮੁੰਨੋ ਪਹਿਲੋਂ ਸਾਰਿਆਂ ਦੇ। ਗਰੀਬ ਵਿਚਾਰੇ ਸੀ, ਹੋ ਸਕਦਾ ਉਹਨਾਂ ਮੁੰਨ ਵੀ ਦਿੱਤੇ ਹੋਣ। ਉਹਨੇ ਫਿਰ ਸ਼ਹਿਰ ਵਿੱਚ ਢੰਡੋਰਾ ਪਿੱਟਿਆ ਵੀ ਕੱਲ ਨੂੰ ਸੋਮਵਾਰ ਵਾਂ, ਅੱਜ ਐਤਵਾਰ ਇਹਨਾਂ ਦੇ ਮੈਂ ਸਿਰ ਮੁੰਨਣੇ ਆ, ਤੇ ਸੋਮਵਾਰ ਨਖਾਸ ਚੌਂਕ ਵਿੱਚ ਮੈਂ ਇਹਨਾਂ ਨੂੰ ਕਤਲ ਕਰਨਾ ਹੈ। ਇਹ ਪੁਰਾਣੇ ਸਮੇਂ ਢੰਡੋਰੇ ਪਿੱਟੇ ਜਾਂਦੇ ਸੀ। ਧੰਨ ਗੁਰੂ ਤੇਗ ਬਹਾਦਰ ਨੂੰ ਜਦੋਂ ਕਤਲ ਕਰਨਾ ਸੀ ਚਾਂਦਨੀ ਚੌਂਕ, ਉਦੋਂ ਵੀ ਸ਼ਹਿਰ ਵਿੱਚ ਢੰਡੋਰਾ ਪਿੱਟਿਆ ਗਿਆ। ਤਮਾਸ਼ਬੀਨ ਲੋਕ ਵੇਖਣ ਆ ਜਾਂਦੇ ਜਦੋਂ ਢੰਡੋਰਾ ਕੋ ਪਿੱਟਿਆ ਜਾਂਦਾ। ਇਹਨੇ ਜਦੋਂ ਐਲਾਨ ਕਰ ਦਿੱਤਾ ਲਖਪਤ ਰਾਏ ਨੇ ਵੀ ਕੱਲ ਨੂੰ ਸੋਮਵਾਰ ਨਖਾਸ ਚੌਂਕ ਦੇ ਵਿੱਚ ਜਿੰਨਾ ਵੀ ਸਿੱਖ ਮੈਂ ਫੜਿਆ ਸਾਰਿਆਂ ਨੂੰ ਕਤਲ ਕਰ ਦੂੰਗਾ। ਤੇ ਸੋਮਵਾਰ ਦਾ ਦਿਨ ਸੀ ਤੇ ਸਿੱਖ ਇਕੱਠੇ ਹੋ ਗਏ, ਲੋਕੀ ਇਕੱਠੇ, ਹਿੰਦੂ ਇਕੱਠੇ ਹੋ ਕੇ ਇਹਦੇ ਘਰ ਗਏ। ਕਹਿਣ ਲੱਗੇ ਲਖਪਤ ਤੂੰ ਇੰਨਾ ਜ਼ੁਲਮ ਨਾ ਕਰ, ਇਹ ਗਰੀਬ ਸਿੱਖ ਨੇ ਆਪਣੀ ਕਿਰਤ ਬਿਰਤ ਕਰਦੇ ਨੇ, ਕਿਸੇ ਨਾਲ ਵੈਰ ਨਹੀਂ ਕਰਦੇ, ਧਰਮ ਕਮਾਉਂਦੇ ਨੇ, ਲੋਕ ਗਰੀਬਾਂ ਦੀ ਲੋੜਵੰਦਾਂ ਦੇ ਕੰਮ ਆਉਂਦੇ ਨੇ, ਤੇ ਤੂੰ ਇਸ ਤਰ੍ਹਾਂ ਨਾ ਕਰ। ਇਹ ਤੇ ਲੋਕਾਂ ਨਾਲ ਪਿਆਰ ਹੀ ਬੜੇ ਕਰਦੇ ਨੇ ਸਿੱਖ, ਰੱਬ ਦਾ ਨਾਮ ਜਪਦੇ ਨੇ ਤੇ ਕਦੀ ਕਿਸੇ ਨਾਲ ਈਰਖਾ ਵੈਦ ਕਰਦੇ ਹੀ ਨਹੀਂ, ਤੇ ਤੂੰ ਲਖਪਤ ਕਿਹੜੇ ਰਾਹ ਤੁਰ ਗਿਆ ਹੈ। ਪਰ ਹੰਕਾਰ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ, ਉਹਨੂੰ ਨਹੀਂ ਸੁਣਦਾ। ਹੰਕਾਰੀ ਨੂੰ ਤੇ ਮਾਇਆ ਧਾਰੀ ਨੂੰ ਕੋਈ ਗੱਲ ਸੁਣਦੀ ਨਹੀਂ ਹੈ ਸੱਚ ਦੀ।
ਉਹ ਆਪਣੇ ਹੰਕਾਰ ਦੇ ਨਸ਼ੇ ਵਿੱਚ ਹੀ ਚੂਰ ਹੋਇਆ ਹੁੰਦਾ ਹੈ। ਉਹ ਹਿੰਦੂ ਲੋਕ ਹਿੰਦੂ ਮਾੜੇ ਨਹੀਂ ਹੁੰਦੇ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਆ। ਹਿੰਦੂ ਲੋਕ ਇਕੱਠੇ ਹੋਏ ਤੇ ਕਹਿਣ ਲੱਗੇ ਸਿੱਖ ਤੇ ਕਿਸੇ ਨਾਲ ਵੈਰ ਨਹੀਂ ਕਰਦੇ, ਇਹ ਰੱਬ ਦਾ ਨਾਮ ਜਪਦੇ ਨੇ, ਲੋੜਵੰਦ ਦੇ ਕੰਮ ਆਉਂਦੇ ਨੇ, ਤੇ ਤੂੰ ਇੱਕ ਹਿੰਦੂ ਹੋ ਕੇ ਸਿੱਖ ਭਰਾਵਾਂ ਨੂੰ ਕਿਉਂ ਮਾਰਨ ਲੱਗਾ ਹੈ? ਤੇ ਤੂੰ ਕਾਵੇਂ ਨਾ ਕਰ, ਤੈਨੂੰ ਨਹੀਂ ਸ਼ੋਭਾ ਦਿੰਦਾ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਚਲਾਇਆ ਹੋਇਆ ਧਰਮ ਆ, ਕਿਸੇ ਨਾਲ ਈਰਖਾ ਵੈਰ ਨਹੀਂ ਕਰਦਾ। ਤੇ ਤੂੰ ਕੀ ਕਰਨ ਲੱਗਾ? ਕਹਿਣ ਲੱਗਾ ਮੈਨੂੰ ਹੁਣ ਕੋਈ ਰੋਕ ਨਹੀਂ ਸਕਦਾ। ਹੰਕਾਰ ਹੈ ਨਾ। ਇਹ ਜਦੋਂ ਨਾ ਮੰਨਿਆ, ਹਿੰਦੂਆਂ ਨੇ ਹੱਥ ਜੋੜੇ ਦੇ ਅੱਗੇ ਵੀ ਸਿੱਖਾਂ ਨੂੰ ਨਾ ਮਾਰ। ਇਹ ਸਿੱਖ ਹਿੰਦੂ ਬੜਾ ਇਕੱਠੇ ਰਹਿੰਦੇ ਰਹੇ ਨੇ। ਚਲੋ ਹੁਣ ਸਾਡੇ ਵਿੱਚ ਕੁਝ ਲੀਡਰਾਂ ਨੇ ਕੋਈ ਗਲਤ ਬਿਆਨਬਾਜ਼ੀਆਂ ਕਰਕੇ ਸਾਡੇ 'ਚ ਝਗੜੇ ਪੈਦਾ ਕਰ ਦਿੱਤੇ ਪਿਛਲੇ ਸਮੇਂ ਦੌਰਾਨ, ਤੇ ਸਾਡਾ ਵਹਿਰ ਪੈ ਗਿਆ। ਹਿੰਦੂ ਵਿਚਾਰੇ ਗੁਰਦੁਆਰਿਆਂ 'ਚ ਆਉਂਦੇ ਨੇ, ਹੁਣ ਵੀ ਆਉਂਦੇ ਨੇ, ਬੰਗਲਾ ਸਾਹਿਬ ਮੱਥਾ ਟੇਕਣ ਆਉਂਦੇ ਨੇ, ਕੋਈ ਗੱਲ ਹੀ ਨਹੀਂ ਸੀ। ਪਤਾ ਨਹੀਂ ਕਿੱਥੋਂ ਸਾਡੇ ਲੀਡਰਾਂ ਨੇ ਫਸਾਦ ਖੜੇ ਕਰ ਦਿੱਤੇ ਤੇ ਸਾਡੇ 'ਚ ਪਵਾੜੇ ਪਾ ਦਿੱਤੇ ਗਏ। ਅਸੀਂ ਉਹ ਹਾਂ ਜੀ, ਅਸੀਂ ਫਲਾਨ ਹਾਂ। ਮੈਂ ਇੱਧਰ ਨੂੰ ਨਹੀਂ ਜਾਣਾ ਚਾਹੁੰਦਾ। ਮਜ਼ਹਬ ਨਹੀਂ ਸਿਖਾਤਾ ਫਿਰਕਾ ਪ੍ਰਸਤੀ। ਜਿਹੜਾ ਫਿਰਕਾ ਪ੍ਰਸਤੀ ਕਰੇ ਉਹ ਧਰਮੀ ਬੰਦਾ ਨਹੀਂ ਹੈ। ਉਹਦੇ ਮਗਰ ਕਦੀ ਨਾ ਲੱਗਣਾ। ਜਿਹੜਾ ਫਿਰਕਾ ਪ੍ਰਸਤੀ ਤੁਹਾਨੂੰ ਦੱਸੇ ਉਹਦੇ ਕੋਲ ਧਰਮ ਨਹੀਂ ਹੈ। ਸੰਤ ਹੋਣਾ ਤੇ ਬੜੀ ਦੂਰ ਦੀ ਬਾਤ ਹੈ। ਉਹ ਫਿਰ ਹਿੰਦੂ ਇਕੱਠੇ ਹੋ ਕੇ ਗਏ ਲਖਪਤ ਕੋ, ਤੂੰ ਨਾ ਇਹਨਾਂ ਨੂੰ ਗਰੀਬਾਂ ਨੂੰ ਨਾ ਮਾਰ, ਇਹਨਾਂ ਵਿਚਾਰਿਆਂ ਨੇ ਕੀ ਗਵਾਇਆ ਤੇਰਾ? ਕਹਿਣ ਲੱਗਾ ਨਾ, ਮੈਂ ਨਹੀਂ ਇਹਨਾਂ ਨੂੰ ਛੱਡਣਾ। ਤੁਸੀਂ ਮਾਇਆ ਧਾਰੀਆ ਤੰਨਾ ਬੋਲਾ ਉਹਨੂੰ ਸ਼ਬਦ ਨਹੀਂ ਸੁਣਦਾ, ਬਰੋਲ ਘਚੋਲਾ। ਉਹ ਆਪਣੇ ਹੰਕਾਰ ਦੇ ਨਸ਼ੇ ਵਿੱਚ ਚੂਰ ਹੋਇਆ ਲਖਪਤ। ਹਿੰਦੂਆਂ ਨੇ ਬਥੇਰੇ ਤਰਲੇ ਲਏ ਵੀ ਸਿੱਖਾਂ ਨਾਲ ਸਾਡਾ ਵੱਡਾ ਪਿਆਰ ਵਾ, ਤੇ ਅਸੀਂ ਸਾਡੀ ਮਰਨ ਜੀਵਨ ਦੀ ਸਾਂਝ ਵਾ। ਕੋਈ ਹਿੰਦੂਆਂ ਦੇ ਘਰ ਕੋਈ ਮਰਗ ਹੋ ਜਾਂਦੀ ਆ ਤੇ ਸਿੱਖ ਉਹਨਾਂ ਦੇ ਘਰਾਂ 'ਚ ਜਾ ਕੇ ਬਹਿੰਦੇ ਨੇ। ਜਦੋਂ ਸਿੱਖਾਂ ਵਿੱਚ ਕੋਈ ਖੁਸ਼ੀ ਗਮੀ ਹੁੰਦੀ ਆ ਤੇ ਹਿੰਦੂ ਸਾਡੇ ਘਰਾਂ 'ਚ ਆਣ ਕੇ ਬਹਿੰਦੇ ਨੇ, ਹੁਣ ਵੀ ਬਹਿੰਦੇ ਨੇ। ਇਹ ਤੇ ਪਿਛਲੇ ਸਮੇਂ ਦੌਰਾਨ ਹੀ ਐਸਾ ਇਹਨਾਂ ਨੇ ਸਾਨੂੰ ਗਲਤ ਰਾਹ ਤੋਰ ਦਿੱਤਾ। ਅੱਜ ਵੀ ਪਿੰਡਾਂ ਵਿੱਚ ਹਿੰਦੂ ਤੇ ਸਿੱਖ ਬੜੇ ਮਜ਼ੇ ਨਾਲ ਰਹਿ ਰਹੇ ਨੇ। ਉਹ ਕੋਈ ਦੱਸਣ ਦਿਆ ਵੀ ਇੱਕ ਪਿੰਡ ਦੇ ਵਿੱਚ ਈਸਾਈ ਵੀ ਰਹਿੰਦੇ ਆ, ਸਿੱਖ ਵੀ ਆ, ਤੇ ਹਿੰਦੂ ਵੀ ਆ, ਤੇ ਮੁਸਲਮਾਨ ਵੀ ਆ, ਤੇ ਬੜੇ ਪਿਆਰ ਨਾਲ ਚਾਰੇ ਧਰਮ ਰਹਿ ਰਹੇ ਨੇ। ਪਰ ਜਿੱਦਣ ਚੌਹਾਂ ਧਰਮਾਂ ਵਿੱਚੋਂ ਕਿਸੇ ਧਰਮ ਦਾ ਇੱਕ ਪ੍ਰਚਾਰਕ ਵੀ ਉਸ ਪਿੰਡ 'ਚ ਪ੍ਰਚਾਰ ਕਰਨ ਚਲ ਗਿਆ ਨਾ, ਉਹਨੇ ਉਸ ਦਿਨ ਹੀ ਝਗੜਾ ਪਾ ਕੇ ਆਉਣਾ। ਆਹ ਤੇ ਧਰਮ ਕੁਛ ਵੀ ਨਹੀਂ ਗਾ, ਸਾਡਾ ਤੇ ਧਰਮ ਹੀ ਵੱਡਾ, ਸਭ ਦੇ ਵੱਡੇ ਅਸੀਂ ਆ, ਇਹ ਤਾਂ ਕੁਛ ਨਹੀਂ ਆ। ਇਹ ਜਿੰਨੇ ਝਗੜੇ ਪੈਦਾ ਕੀਤੇ ਨੇ ਧਾਰਮਿਕ ਲੋਕਾਂ ਨੇ ਪੈਦਾ ਕੀਤੇ ਨੇ। ਜਿਸ ਪਿੰਡ ਵਿੱਚ ਕੋਈ ਪ੍ਰਚਾਰਕ ਨਾ ਜਾਵੇ ਤੇ ਉਹ ਚਾਰੇ ਧਰਮ ਰਹਿੰਦੇ ਹੋਣ, ਸਿੱਖ ਹਿੰਦੂ ਮੁਸਲਮਾਨ ਈਸਾਈ, ਉਹ ਪਿਆਰ ਨਾਲ ਰਹਿਣਗੇ। ਜਿੱਦਣ ਕੋਈ ਫਿਰਕਾ ਪ੍ਰਸਤੀ ਪੈਦਾ ਕਰਨ ਵਾਲਾ ਧਰਮ ਦਾ ਪ੍ਰਚਾਰਕ ਉਸ ਪਿੰਡ 'ਚ ਚਲ ਗਿਆ, ਉਹ ਦਿਨ ਤੋਂ ਬਾਅਦ ਨਾ ਫਿਰ ਉਹ ਬੈਠਣਗੇ ਨਹੀਂ ਇਕੱਠੇ ਹੋ ਕੇ। ਇਹ ਜ਼ਹਿਰ ਵਾ। ਇਹ ਧਾਰਮਿਕ ਲੋਕ ਸਾਡੇ ਅੰਦਰ ਜ਼ਹਿਰ ਪੈਦਾ ਕਰ ਦਿੰਦੇ ਨੇ। ਉਹ ਕਹਿਣ ਲੱਗੇ ਸਾਡਾ ਤੇ ਇਹਨਾਂ ਦੇ ਨਾਲ ਬੜਾ ਲਗਾਵ ਆ, ਕੋਈ ਖੁਸ਼ੀ ਗਮੀ ਹੋਵੇ ਤੇ ਅਸੀਂ ਸਿੱਖਾਂ ਦੇ ਘਰ ਜਾਂਦੇ ਆ, ਸਿੱਖ ਸਾਡੇ ਵਿਹੜੇ ਆਣ ਕੇ ਬਹਿੰਦੇ ਨੇ, ਤੇ ਤੂੰ ਇਹ ਨਾ ਕਰ, ਤੂੰ ਵੀ ਹਿੰਦੂ ਹੀ ਆ, ਕਲਾਨੌਰ ਦਾ ਰਹਿਣ ਵਾਲਾ ਹੈ। ਕਹਿੰਦਾ ਨਾ, ਮੈਨੂੰ ਇਹਨਾਂ ਦੇ ਬਾਰੇ ਕੋਈ ਗੱਲ ਨਾ ਕਹੋ, ਮੈਂ ਇਹਨਾਂ ਨੂੰ ਜੀਂਦਿਆਂ ਨਹੀਂ ਛੱਡਣਾ। ਸਿੱਖਾਂ ਨੂੰ ਇਹ ਨਹੀਂ, ਮੈਂ ਕੋਈ ਵੀ ਨਹੀਂ ਛੱਡਣਾ ਪੰਜਾਬ 'ਚ। ਕਹਿਣ ਲੱਗੇ ਗੱਲ ਇੱਦਾਂ ਵਾ ਕਿ ਕੱਲ ਨੂੰ ਨਾ ਮੱਸਿਆ ਵਾ ਸੋਮਵਾਰ ਦੀ, ਤੇ ਕੋਈ ਸ਼ਾਸਤਰਾਂ ਦੇ ਵਿੱਚ, ਕੋਈ ਧਰਮ ਦੇ ਵਿੱਚ ਸੋਮਵਾਰ ਦੀ ਮੱਸਿਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਚਲੋ ਸਿੱਖ ਕੌਮ ਤੇ ਇਹਨਾਂ ਚੱਕਰਾਂ 'ਚ ਨਹੀਂ ਪੈਂਦੀ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਕਿ ਥਿੱਤੀ ਵਾਰ ਸੇਵੇ ਮੁਗਦ ਗਵਾਰ ਸਤਿਗੁਰ ਬਾਜੋ ਅੰਧ ਅੰਧਾਰ। ਸਿੱਖ ਕੋਈ ਸੰਗਰਾਮ ਦਾ ਪੁਜਾਰੀ ਨਹੀਂ ਆ, ਸਿੱਖ ਕੋਈ ਮੱਸਿਆ ਦਾ ਪੁਜਾਰੀ ਨਹੀਂ ਆ, ਸਿੱਖ ਕੋਈ ਪੁੰਨਿਆ ਦਾ ਪੁਜਾਰੀ ਨਹੀਂ ਆ, ਸਿੱਖ ਅਕਾਲ ਪੁਰਖ ਦਾ ਪੁਜਾਰੀ ਆ। ਪਰ ਉਸ ਸਮੇਂ ਕਹਾਵਤ ਸੀ ਉਹਨਾਂ ਦੇ ਧਰਮਾਂ ਦੇ ਵਿੱਚ, ਸਨਾਤਨ ਧਰਮ ਦੇ ਵਿੱਚ, ਵੀ ਜਿਹੜੀ ਸੋਮਵਾਰ ਦੀ ਮੱਸਿਆ ਹੁੰਦੀ ਆ ਨਾ, ਉਹ ਬੜੀ ਪਵਿੱਤਰ ਮੱਸਿਆ ਮੰਨੀ ਜਾਂਦੀ ਆ। ਤੇ ਇਹ ਕਹਿਣ ਲੱਗੇ ਕੱਲ ਨੂੰ ਸੋਮਵਾਰ ਦੀ ਮੱਸਿਆ ਵਾ, ਤੇ ਚੱਲ ਕੱਲ ਦਾ ਦਿਨ ਤੂੰ ਛੱਡ ਦੇ, ਪਰਸੋਂ ਕਤਲ ਕਰਦੀ ਇਹਨਾਂ ਨੂੰ। ਕਹਿਣ ਲੱਗਾ ਕੱਲ ਨੂੰ ਕੋਈ ਰੱਬ ਵੀ ਆਣ ਕੇ ਧਰਤੀ ਤੇ ਮੈਨੂੰ ਆਖੇ ਵੀ ਨਾ ਛੱਡ ਦੇ, ਮੈਂ ਛੱਡਣਾ ਨਹੀਂ ਹੈ ਇਹਨਾਂ ਨੂੰ। ਕਹਿੰਦੇ ਉਹਨੇ ਮੱਸਿਆ ਵਾਲੇ ਦਿਨ ਆਪਣੀ ਜਿੱਦ ਪਗਾਈ ਤੇ ਨਿਕਾਸ ਚੌਂਕ ਵਿੱਚ ਹਜ਼ਾਰਾਂ ਬੰਦੇ ਕਤਲ ਕਰ ਦਿੱਤੇ ਲਖਪਤ ਨੇ। ਤੇ ਹਾਹਾਕਾਰ ਮਚ ਗਈ।
ਗਰੀਬ ਗੁਰਬੇ, ਦਿਹਾੜੀਦਾਰ, ਛੋਟੀ ਛੋਟੀਆਂ ਦੁਕਾਨਾਂ ਕਰਨ ਵਾਲੇ ਲਾਹੌਰ ਸ਼ਹਿਰ ਦੇ ਸਾਰੇ ਫੜ ਕੇ ਮਾਰ ਦਿੱਤੇ ਗਏ। ਜਿਹੜੇ ਬਚ ਗਏ ਉਹ ਛੱਡ ਕੇ ਖੇਤਾਂ ਨੂੰ ਭੱਜ ਗਏ। ਇਹਨੇ ਕੀ ਕੀਤਾ, ਫਿਰ ਦੂਸਰਾ ਹੁਕਮਨਾਮਾ ਜਾਰੀ ਕੀਤਾ ਆਪਣਾ ਨੇ ਆਪਣੇ ਜਸਪਤ ਰਾਏ ਨੇ, ਹੋਕਾ ਦੀਨਾ ਸੈਰ ਬੁਲਾਵੋ। ਇਹਨੇ ਆ ਲਾਹੌਰ ਸ਼ਹਿਰ ਵਿੱਚ ਹੋਕਾ ਦੇਤਾ ਵੀ ਕੋਈ ਵੀ ਇਹ ਮੇਰੇ ਸ਼ਹਿਰ ਦੇ ਅੰਦਰ ਗੁਰੂ ਦਾ ਨਾਂ ਲੈਣ ਵਾਲਾ ਬੰਦਾ ਨਹੀਂ ਰਹਿਣਾ ਚਾਹੀਦਾ, ਤੇ ਜੇ ਕੋਈ ਲਊਗਾ ਮੈਂ ਉਹਨੂੰ ਜੀਂਦਾ ਨਹੀਂ ਛੱਡੂਗਾ। ਜਿਹੜਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਨਾਂ ਲਏਗਾ, 10 ਗੁਰੂਆਂ ਚੋਂ ਕਿਸੇ ਗੁਰੂ ਦਾ ਵੀ ਨਾਂ ਲਊਗਾ, ਮੈਂ ਉਹਨੂੰ ਜੀਂਦਾ ਨਹੀਂ ਛੱਡੂਗਾ। ਕਹਿਣ ਲੱਗਾ ਗੁੜ ਨੂੰ ਗੁੜ ਨਹੀਂ ਕਹਿਣਾ, ਇਹਨੂੰ ਭੇਲੀ ਕਹੋ, ਰੋੜੀ ਕਹੋ, ਗੁੜ ਨਹੀਂ ਕਹਿਣਾ। ਜਦੋਂ ਗੁੜ ਕਹੂੰਗੇ ਤੇ ਗੁਰੂ ਦਾ ਨਾਮ ਗੱਗਾ ਲੱਗਦਾ ਵਾ, ਤੇ ਜਿਹਦੇ ਨਾਲ ਗੱਗਾ ਸ਼ਬਦ ਲੱਗਦਾ ਉਹ ਤੁਹਾਡੇ ਮੂੰਹ 'ਚ ਨਹੀਂ ਹੋਣਾ ਚਾਹੀਦਾ। ਇੰਨੀ ਨਫ਼ਰਤ। ਚਲੋ ਕੁਛ ਲੋਕ ਹਰ ਧਰਮ ਦੇ 'ਚ, ਕੁਛ ਲੋਕ ਸਿੱਖਾਂ 'ਚ ਵੀ ਲੋਕ ਮਾੜੇ ਨੇ, ਹਿੰਦੂਆਂ 'ਚ ਵੀ ਮਾੜੇ ਨੇ, ਮੁਸਲਮਾਨਾਂ 'ਚ, ਪਰ ਕੌਮਾਂ ਨਹੀਂ ਮਾੜੀਆਂ ਹੁੰਦੀਆਂ, ਧਰਮ ਨਹੀਂ ਮਾੜੇ ਹੁੰਦੇ। ਜੇ ਇੱਕ ਬੰਦਾ ਮਾੜਾ ਹੋ ਗਿਆ ਕੌਮ ਦਾ ਤੇ ਸਾਰੇ ਥੋੜਾ ਮਾੜੇ ਹੋ ਗਏ। ਉਹ ਵੀ ਲੋਕ ਸੀ 84 ਜਿੱਦਣ ਇੱਥੇ ਅਟੈਕ ਹੋਇਆ ਹੈ ਤੇ ਹਿੰਦੂ ਵੀ ਰੋਏ ਸਨ, ਜਿਹੜੇ ਰੋਜ਼ ਆਸਾ ਦੀ ਵਾਰ ਜਾ ਕੇ ਸੁਣਦੇ ਸਨ ਹਿੰਦੂ ਭਰਾ ਅੰਮ੍ਰਿਤਸਰ, ਉਹ ਰੋਏ ਸਨ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰ ਤੇ ਇਹ ਕੁਝ ਹੋ ਰਿਹਾ। ਜਿੱਥੇ ਬੈਠ ਕੇ ਕੋਈ ਰੱਬੀ ਯਾਦ ਜੁੜਦੇ ਸਾਂ ਤੇ ਉੱਥੇ ਅੱਜ ਗੋਲੀਆਂ ਚੱਲਣ ਦਈਆਂ। ਬਹੁਤ ਗਲਤ ਹੋਇਆ। ਠੀਕ ਆ, ਦੂਸਰੇ ਲੋਕ ਵੀ ਹੈਗੇ ਸਨ ਜਿਨ੍ਹਾਂ ਨੇ ਆਖਿਆ ਵਧੀਆ ਹੋ ਗਿਆ, ਤੇ ਉਹ ਵੀ ਲੋਕ ਸਨ ਜਿਨ੍ਹਾਂ ਨੇ ਰੋਏ ਸਨ, ਹਿੰਦੂ ਵੀ ਰੋਏ ਸਨ ਵਿਚਾਰੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰ ਦੀ ਇੰਨੀ ਬੇਅਦਬੀ ਹੋ ਜੇ, ਇੰਨਾ ਤੇਰੇ ਦਰ ਦਾ ਅਪਮਾਨ ਹੋ ਜੇ। ਕਿਸੇ ਨੇ ਖਿਆਲ ਨਹੀਂ ਕੀਤਾ ਕਿ ਗੁਰੂ ਰਾਮਦਾਸ ਦੇ ਦਰ ਤੇ ਗੋਲੀਆਂ ਚੱਲਣ, ਕੈਸਾ ਬਾਤ। ਉਹ ਫਿਰ ਇਹਨੇ ਫਿਰ ਹੋਕਾ ਦੇਤਾ ਸ਼ਹਿਰ ਵਿੱਚ। ਮੈਂ ਕਹਿ ਰਿਹਾ ਸਾਰੀਆਂ ਕੌਮਾਂ ਨਹੀਂ ਮਾੜੀਆਂ ਹੁੰਦੀਆਂ, ਬੰਦੇ ਮਾੜੇ ਹੁੰਦੇ ਨੇ। ਲਖਪਤ ਮਾੜਾ ਹੈ, ਬਾਕੀ ਕੌਮ ਮਾੜੀ ਨਹੀਂ ਹੈ। ਨਾਨਕ ਕੀ ਕੋਈ ਪੜੇ ਨਾ ਬਾਣੀ, ਕਹਿੰਦਾ ਜਪਜੀ ਸਾਹਿਬ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਲੋ ਕਿੱਧਰ ਨੂੰ ਤੁਰ ਗਿਆ। ਨਾਨਕ ਕੀ ਕੋਈ ਪੜੇ ਨਾ ਬਾਣੀ, ਗ੍ਰੰਥ ਲੁਕਾਏ ਪੋਥੀਆਂ ਛਪਾਨੀ। ਜਿਨ੍ਹਾਂ ਦੇ ਕੋਲ ਪੋਥੀਆਂ ਸੀ ਸਿੱਖਾਂ ਨੇ ਲੁਕਾ ਲੀਆਂ, ਛਪਾ ਲੀਆਂ, ਤੇ ਕੁਝ ਨੇ ਸਾੜ ਦਿੱਤੀਆਂ, ਕੁਝ ਪਾਣੀ 'ਚ ਰੋੜ ਦਿੱਤੀਆਂ, ਕੁਝ ਖੂਹਾਂ 'ਚ ਸੁੱਟ ਦਿੱਤੀਆਂ। ਉਸ ਸਮੇਂ ਦੌਰਾਨ ਹੀ ਮੱਸਾ ਰੰਗੜ ਬੈਠਾ ਹੋਇਆ ਦਰਬਾਰ ਸਾਹਿਬ। ਇਹੋ ਸਮਾਂ ਹੈ। ਉਹ ਇੱਧਰ ਉੱਧਰ ਲਖਪਤ ਅੱਤ ਕਰਨ ਦਿਆ ਜ਼ੁਲਮ ਦੀ। ਸਿੰਘ ਆਪਣੇ ਘਰ ਛੱਡ ਕੇ ਖੇਤਾਂ 'ਚ ਜਾ ਲੁਕੇ। ਇਹਨੇ ਖੇਤਾਂ 'ਚ ਵੀ ਫੜ ਲਏ ਤੇ ਫਿਰ ਸਿੰਘ ਛੱਡ ਛਡਾ ਕੇ ਕੋਈ ਬੀਕਾਨੇਰ ਨੂੰ ਤੁਰ ਗਏ। 1721 ਦੇ ਵਿੱਚ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਆਉਂਦੇ ਨੇ ਦਿੱਲੀ ਤੋਂ, ਮਾਤਾ ਸੁੰਦਰ ਕੌਰ ਦੀ ਭੇਜਦੇ ਨੇ। ਇਹ ਜਿਹੜਾ 1746 ਦਾ ਘੱਲੂ ਘਾਰਾ ਗੁਰਦਾਸਪੁਰ ਹੋਇਆ, ਇਹ ਮਾਤਾ ਸੁੰਦਰ ਕੌਰ ਜੀ ਦੇ ਜੀਂਦਿਆਂ ਜੀ ਹੋਇਆ। ਉਹਨਾਂ ਨੇ ਵੀ ਇਹ ਘੱਲੂ ਘਾਰੇ ਨੂੰ, ਘੱਲੂ ਘਾਰੇ ਦਾ ਮਤਲਬ ਬਰਬਾਦੀ, ਇਸ ਬਰਬਾਦੀ ਨੂੰ ਮਾਤਾ ਸੁੰਦਰ ਕੌਰ ਨੇ ਵੀ ਸੁਣਿਆ। ਉਸ ਮਾਤਾ ਸੁੰਦਰ ਕੌਰ ਜੀ ਨੇ ਦਿੱਲੀ ਤੋਂ ਭਾਈ ਮਨੀ ਸਿੰਘ ਨੂੰ 1721 ਵਿੱਚ ਭੇਜਿਆ ਸੀ ਵੀ ਦਰਬਾਰ ਸਾਹਿਬ ਦਾ ਪ੍ਰਬੰਧ ਕਰੋ ਤੇ ਉੱਥੇ ਗੁਰੂ ਕੀ ਬਾਣੀ ਦਾ ਪ੍ਰਵਾਹ ਚਲਾਓ। ਇਹ ਜਿਹੜੀ ਤੁਸੀਂ ਅੱਜ ਮਰਜ਼ਾਦਾ ਵੇਖਦੇ ਹੋ ਨਾ ਦਰਬਾਰ ਸਾਹਿਬ ਕੀਰਤਨ ਦੀ, ਇਹ ਭਾਈ ਮਨੀ ਸਿੰਘ ਹੋਣਾ ਜੀ ਨੇ ਚਲਾਈ ਆ। ਉਹਨਾਂ ਨੂੰ ਵੀ 1738 ਵਿੱਚ ਫੜ ਕੇ ਤੇ ਸ਼ਹੀਦ ਕਰ ਦਿੱਤਾ ਜਾਂਦਾ, ਤੇ 39 ਵਿੱਚ ਬੋਤਾ ਸਿੰਘ ਗਰਜਾ ਸਿੰਘ ਨੂੰ ਖਤਮ ਕੀਤਾ ਜਾਂਦਾ ਹੈ, ਫੜ ਸ਼ਹੀਦ ਕੀਤਾ ਜਾਂਦਾ ਹੈ। ਸਿੰਘ ਤਾਂ ਘਰ ਛੱਡ ਗਏ, ਜੰਗਲਾਂ 'ਚ ਬੈਠੇ ਨੇ, ਤੇ ਬੋਤਾ ਸਿੰਘ ਗਰਜਾ ਸਿੰਘ ਵੀ ਜੰਗਲ 'ਚ ਬੈਠਾ ਹੋਇਆ। ਇੱਥੋਂ ਦੇ ਰਹਿਣ ਵਾਲੇ ਨੇ, ਤਰਨਤਾਰਨ ਦੇ ਇਲਾਕੇ ਦੇ ਬੋਤਾ ਸਿੰਘ ਗਰਜਾ ਸਿੰਘ ਜੀ, ਪੜਾਣੇ ਪਿੰਡ ਦੇ। ਇਹ ਬੋਤਾ, ਉਹ ਜਿਹੜੀ ਕਹਾਣੀ ਕਹਿੰਦੇ ਵੀ ਕੋਈ ਤੁਰੇ ਜਾਂਦੇ ਸੀ ਮੁਸਲਮਾਨ, ਉਹਨਾਂ ਨੇ ਵੇਖ ਲਿਆ, ਦੂਜੇ ਨੇ ਕਿਹਾ ਉਹ ਨਹੀਂ ਸਿੱਖ ਨਹੀਂ, ਇਹ ਲੁਕੇ ਆ, ਇੱਦਾਂ ਦੀ ਗੱਲ ਨਹੀਂ ਹੋਈ। ਇਹ ਕੋਲੋਂ ਗੱਲਾਂ ਲਾ ਦਿੱਤੀਆਂ ਜਾਂਦੀਆਂ, ਮਸਾਲੇ ਲਾ ਦਿੱਤੇ ਜਾਂਦੇ। ਇਹਨਾਂ ਨੇ ਆਖਿਆ, ਬੋਤਾ ਸਿੰਘ ਗਰਜਾ ਸਿੰਘ ਨੇ ਆਖਿਆ ਵੀ ਜੰਗਲ ਵਿੱਚ ਬੈਠ ਕੇ ਕਿੰਨਾ ਕੁ ਚਿਰ ਰਵਾਂਗੇ, ਭੁੱਖੇ ਪਾਣੇ ਕਿੰਨਾ ਕੁ ਚਿਰ ਬੈਠਾਂਗੇ। ਜੰਗਲ ਵਿੱਚ ਕੋਈ ਸਹੂਲਤਾਂ ਥੋੜ੍ਹੀਆਂ ਹੁੰਦੀਆਂ, ਨਾ ਕੋਈ ਪੈਰੀਂ ਜੁੱਤੀ ਆ, ਨਾ ਕੋਈ ਮੰਜਾ ਵਾ, ਨਾ ਕੋਈ ਖਾਣ ਨੂੰ ਆ। ਕੋਈ ਜੰਗਲ ਵਿੱਚ ਕਿਸ ਤਰ੍ਹਾਂ ਰਿਹਾ ਜਾ ਸਕਦਾ ਹੈ। ਆ ਵੇਖ ਹੀ ਲਿਆ ਨਾ ਜਿਹੜੀਆਂ ਸੰਗਤਾਂ ਹਜ਼ੂਰ ਸਾਹਿਬ ਗਈਆਂ ਸੀ ਤੇ ਕੀ ਹਾਲਤ ਬਣੀ ਉਹਨਾਂ ਦੀ। ਉੱਥੇ
ਬੈੱਡ ਵੀ ਵਧੀਆ, ਏਸੀ ਲੱਗੇ, ਪੱਖੇ ਲੱਗੇ, ਤੇ 4 ਦਿਨ ਘਰ ਤੋਂ ਬਾਹਰ ਰਹਿਣਾ ਪੈ ਗਿਆ। ਤੇ ਕਹਿੰਦੇ ਫਸ ਗਏ, ਮਰ ਗਏ, ਕੱਢ ਲਓ ਸਾਨੂੰ। ਪਤਾ ਲੱਗਾ ਨਾ ਹੁਣ ਘਰ ਕੀ ਹੁੰਦਾ, ਘਰ ਦਾ ਮੋਹ ਕੀ ਹੁੰਦਾ ਹੈ। ਤੇ ਜਿਹੜੇ 70 ਸਾਲ ਜੰਗਲ 'ਚ ਬੈਠੇ ਰਹੇ, ਹੁਣ 70 ਸਾਲ 2 ਪੀੜ੍ਹੀਆਂ, ਉਹਨਾਂ ਨੂੰ ਪੁੱਛੋ ਗੁਰੂ ਨਾਲ ਕਿਵੇਂ ਨਿਭਦੀ ਸੀ ਉਹਨਾਂ ਦੀ। ਬੱਲੇ ਬੱਲੇ, ਏਡੀਆਂ ਮੁਸੀਬਤਾਂ ਉੱਤੇ ਗੁਰੂ ਦਾ ਸੰਗ ਨਾ ਛੱਡਣਾ, ਇਹ ਤੇ ਉਹੀ ਨਿਭਾ ਗਏ। ਸਾਡੇ ਕੋਲ ਕਿੱਥੋਂ ਨਿਭਣੇ ਇਹ ਕੰਮ ਭਾਈ? ਸਾਡੇ ਕੋਲ ਤਾਂ 4 ਦਿਨ ਗੁਰਦੁਆਰੇ ਨਹੀਂ ਹਜ਼ੂਰ ਸਾਹਿਬ ਬੈਠਾ ਗਿਆ, ਤੇ ਅਸੀਂ ਗੁਰੂ ਨਾਲ ਪਿਆਰ ਕਿੱਥੋਂ ਕਰ ਲੈਣਾ? ਇਹ ਬੋਤਾ ਸਿੰਘ ਗਰਦਾ ਸਿੰਘ ਨੂੰ 1738 ਦੇ ਵਿੱਚ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ। 39 ਦੇ ਵਿੱਚ ਬੋਤਾ ਸਿੰਘ ਗਰਦਾ ਸਿੰਘ ਨੇ ਆਖਿਆ, ਜੰਗਲ ਵਿੱਚ ਕਿੰਨਾ ਕੁ ਚਿਰ ਬੈਠੇ ਰਵਾਂਗੇ ਬੋਤਾ ਸਿਆਂ, ਬਾਹਰ ਨਿਕਲੀਏ, ਮਰਨਾ ਤਾਂ ਹੈ ਹੀ ਆ, ਉੱਥੇ ਕੁਛ ਕਰਕੇ ਮਰੀਏ, ਕੋਈ ਨਾ ਰਹਿ ਜੂ ਸ਼ਹੀਦਾਂ ਦੇ ਵਿੱਚ, ਨਾ ਆ ਜੂ। ਫਿਰ ਉੱਥੇ ਉਹਨਾਂ ਨੇ ਨਾਕਾ ਲਾਤਾ ਤਰਨ ਤਾਰਨ ਸ਼ਹਿਰ ਦੇ ਬਾਹਰ ਨੂਰ ਦੀ ਸਰਾਂ ਤੇ। ਉਹ ਵੀ 39 ਵਿੱਚ 38 ਵਿੱਚ ਭਾਈ ਮਨੀ ਸਿੰਘ ਹੁੰਦੇ ਨੇ, 39 ਵਿੱਚ ਬੋਤਾ ਸਿੰਘ ਗਰਜਾ ਸਿੰਘ ਸ਼ਹੀਦ ਹੋ ਜਾਂਦੇ ਨੇ। ਤੇ ਫਿਰ ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ, ਦਰਬਾਰ ਸਾਹਿਬ ਫਿਰ ਬੂਹੇ ਬੰਦ ਹੋ ਗਏ, ਸਿੰਘ ਛੱਡ ਕੇ ਘਰ ਬਾਹਰ ਜੰਗਲਾਂ ਨੂੰ ਭੱਜ ਗਏ। ਉਦੋਂ ਫਿਰ ਜਿੱਥੇ ਇਹ ਲਖਪਤ ਜਸਪਤ ਰਾਏ ਸੀ, ਹਰਭਗਤ ਨਰੰਜੀਨਾ ਗੁਰੂ ਕੇ ਜੰਡਿਆਲੇ ਦਾ ਰਹਿਣ ਵਾਲਾ, ਤੇ ਮੱਸਾ ਰੰਗਰ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਪਿੰਡਾ ਮੰਡਾਲਾ, ਉਹਨੇ ਆਣ ਕੇ ਫਿਰ ਦਰਬਾਰ ਸਾਹਿਬ ਆਪਣਾ ਬੈੱਡ ਲਾ ਲਿਆ, ਮੰਜਾ ਲਾ ਲਿਆ, ਤਖਤ ਲਾ ਲਿਆ। ਜੋ ਕਰਦਾ ਸੀ ਤੁਹਾਨੂੰ ਪਤਾ ਹੀ ਆ। ਇਹ ਹਾਲਤ ਸੀ ਉਸ ਸਮੇਂ ਸਿੱਖ ਕੌਮ ਦੀ, ਕਿ ਦਰਬਾਰ ਸਾਹਿਬ ਅੰਦਰ ਸ਼ਰਾਬ ਦੀਆਂ ਬੋਤਲਾਂ ਸੀ, ਜਿੱਥੇ ਰਾਗੀ ਸੀ ਉੱਥੇ ਉਹ ਕੋਈ ਹੋਰ ਹੀ ਬੈਠੇ ਸੀ, ਤੇ ਜਿੱਥੇ ਗੁਰੂ ਕੀ ਸੰਗਤਾਂ ਰੱਬ ਨਾਲ ਜੁੜਦੀਆਂ ਨੇ ਉੱਥੇ ਹੋਰ ਹੀ ਕੁਛ ਨਾਚ ਗਾਉਣੇ ਹੁੰਦੇ ਸਨ। ਇਹ ਇੱਥੋਂ ਕੌਮ ਸਾਡੀ ਹੋ ਕੇ ਮੁੜੀ। ਅਨੁਮਾਨ ਲਾ ਲਿਓ ਜੇ 1716 ਵਿੱਚ ਬੰਦਾ ਸਿੰਘ ਬਹਾਦਰ ਫੜਿਆ ਜਾਂਦਾ, ਤੇ ਉਸ ਤੋਂ ਬਾਅਦ ਕੌਮ ਜਿਹੜੀ ਆ ਚਲਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਖਤਮ ਹੋ ਚੁੱਕੀ ਹੈ। ਕੌਮ ਸਾਰੀ ਸਿੱਖ ਕੌਮ ਖਤਮ ਹੋ ਚੁੱਕੀ ਆ। 46 ਵਿੱਚ ਇੱਥੇ 10,000 ਬੰਦਾ ਇੱਕ ਦਿਨ ਕਤਲ ਕੀਤਾ ਜਾਂਦਾ ਹੈ, ਸ਼ਹੀਦ ਕੀਤਾ ਜਾਂਦਾ। ਤੇ 1762 ਦੇ ਵਿੱਚ ਸੰਗਰੂਰ ਲਾਗੇ ਕੁੱਪ ਦੇ ਮੈਦਾਨ ਵਿੱਚ ਕੋਈ 25-30 ਹਜ਼ਾਰ ਬੰਦਾ ਇੱਕ ਦਿਨ ਖਤਮ ਕੀਤਾ ਜਾਂਦਾ, ਤੇ ਕੁਛ ਹਜ਼ਾਰ ਹੀ ਬਾਕੀ ਸਿੱਖ ਬਚ ਗਏ ਸੀ। ਖਤਮ ਹੋ ਗਈ ਕੌਮ ਇੱਕ ਵਾਰੀ ਧਰਤੀ ਤੋਂ। ਇਹ ਤੇ ਦੁਬਾਰਾ ਮੁੜ ਕੇ ਬਾਬਾ ਅਤਰ ਸਿੰਘ ਵਰਗੇ ਮਹਾਂਪੁਰਖ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਭੇਜੇ। ਫਿਰ ਉਹਨਾਂ ਨੇ ਹੋਕੇ ਦਿੱਤੇ ਰੱਬ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ, ਆਖਿਆ ਅੰਮ੍ਰਿਤ ਛਕੋ ਭਾਈ। ਹਿੰਦੂ ਪਰਿਵਾਰਾਂ ਨੂੰ ਅੰਮ੍ਰਿਤ ਛਕਾਇਆ ਬਾਬਾ ਅਤਰ ਸਿੰਘ ਹੋਰਾਂ ਨੇ। ਫਿਰ ਉਹਨਾਂ ਨੇ ਕੌਮ ਸਰਜੀਤ ਕਰ ਦਿੱਤੀ। ਇਹ ਕਰੀ ਤਾਂ ਖਤਮ ਹੋ ਗਈ ਸੀ ਇਹ ਕੌਮ ਧਰਤੀ ਤੋਂ। ਇਹ ਤੇ ਮੁੜ ਕੇ ਮਹਾਂਪੁਰਖ ਆਏ ਬਾਬਾ ਅਤਰ ਸਿੰਘ ਵਰਗਿਆਂ ਨੇ, ਫਿਰ ਲੱਖਾਂ ਪ੍ਰਾਣੀਆਂ ਨੂੰ ਉਹਨਾਂ ਨੇ ਫਿਰ ਗੁਰੂ ਕੀ ਪਹੁਲ ਦੇ ਕੇ, ਤੇ ਉਹ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ, ਜਪੋ ਖਾਲਸਾ ਤੁਸੀਂ ਜਗ ਦੀ ਜੋਤ ਨੂੰ, ਜਪੋ ਖਾਲਸਾ ਤੁਸੀਂ ਜਗ ਦੀ ਜੋਤ ਨੂੰ। ਇੱਧਰ ਉੱਧਰ ਦੇ ਖਿਆਲ ਛੱਡ ਕੇ ਰੱਬ ਨੂੰ ਜਪੋ, ਤੁਸੀਂ ਰੱਬ ਦੇ ਪਾਸੇ ਲਾ ਕੇ ਬਾਬਾ ਅਤਰ ਸਿੰਘ ਉਹਨਾਂ ਨੇ ਫਿਰ ਕੌਮ ਸਰਜੀਤ ਕਰ ਦਿੱਤੀ। ਅੱਜ ਜਣੇ ਖਣੇ ਉੱਠ ਕੇ ਫਿਰ ਬਾਬਾ ਇਹੋ ਜਿਹੇ ਮਹਾਂਪੁਰਖਾਂ ਦੀ ਵੀ ਉਲਟ ਬੋਲੀ ਜਾਂਦੇ ਨੇ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਤਪੱਸਿਆ ਕਰਕੇ, ਵੱਡੀਆਂ ਵੱਡੀਆਂ ਘਾਲਣਾ ਕਰਕੇ ਮਹਾਂਪੁਰਖਾਂ ਨੇ ਕੌਮ ਨੂੰ ਫਿਰ ਸਰਜੀਤ ਕੀਤਾ ਹੋਵੇ, ਤੇ ਅੱਜ ਜਣਾ ਖਣਾ ਉੱਠ ਕੇ ਅੱਜ ਉਹਨਾਂ ਮਹਾਂਪੁਰਖਾਂ ਉੱਤੇ ਕਿੰਤੂ ਕਰੇ। ਕੈਸੀ ਬਾਤ ਹੈ। ਅਵਗਤੀ ਦੀ ਨਿਸ਼ਾਨੀ ਇਹਨਾਂ ਲੋਕਾਂ ਦਾ ਕਾਲ ਨੇੜੇ ਆਇਆ। ਹਰਨਾਕਸ਼ ਵੀ ਇੱਦਾਂ ਹੀ ਕਰਨ ਲੱਗ ਪਿਆ ਸੀ, ਉਹ ਵੀ ਕਿੰਤੂ ਪਰੰਤੂ ਕਰਨ ਲੱਗ ਪਿਆ ਸੀ। ਇਹ ਵੀ ਹਰਨਾਕਸ਼ ਬਿਰਤੀ ਹੋ ਗਈ ਇਹਨਾਂ ਲੋਕਾਂ ਨੂੰ, ਮਹਾਂਪੁਰਖਾਂ ਦੇ ਉੱਤੇ ਕਿੰਤੂ। ਅਸੀਂ ਜੀ ਅਕਾਲ ਤਖਤ ਨੂੰ ਨਹੀਂ ਮੰਨਦੇ। ਅਕਾਲ ਤਖਤ ਨੂੰ ਨਹੀਂ ਮੰਨੋਗੇ ਤੇ ਕਿਹਨੂੰ ਮੰਨੋਗੇ? ਜਿਸ ਪੰਥ ਅੱਗੇ ਗੁਰੂ ਗੋਬਿੰਦ ਸਿੰਘ ਹਾਜ਼ਰ ਹੁੰਦਾ ਰਿਹਾ ਹੈ, ਜਿਸ ਪੰਥ ਅੱਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਹਾਜ਼ਰ ਹੁੰਦੇ ਰਹੇ ਨੇ, ਉਸ ਪੰਥ ਨੂੰ ਤੁਸੀਂ ਨਹੀਂ ਮੰਨਦੇ, ਫਿਰ ਕਿਸ ਨੂੰ ਮੰਨਦੇ ਹੋ? ਜਿਹੜੇ ਪੰਥ ਦੇ ਝਗੜੇ ਨੇ, ਪੰਥ ਦੇ ਜਿਹੜੇ ਕੋਈ ਮਸਲੇ ਨੇ, ਉਹ ਪੰਜਾਂ ਪਿਆਰਿਆਂ ਨੇ ਤੇ ਹੱਲ ਕਰਨੇ ਨੇ, ਤੁਸੀਂ ਉਹਨਾਂ ਉੱਤੇ ਕਿੰਤੂ ਪਰੰਤੂ। ਚਲੋ ਫਰਜ਼ ਕਰ ਲਓ ਇਹ ਜੀ ਠੀਕ ਨਹੀਂ, ਚਲੋ ਮੰਨ ਗਏ ਅਸੀਂ ਠੀਕ ਨਹੀਂ, ਪਰ ਉਹਦੇ ਬਦਲ ਵਿੱਚ ਠੀਕ ਕਿਹੜਾ ਵਾ? ਉੱਥੇ ਤੇ ਜਾ ਕੇ ਮਸਲਾ ਹੱਲ ਹੋਣਾ, ਤੇ ਉੱਥੋਂ ਤੁਸੀਂ ਆਖੋ ਅਸੀਂ ਮੰਨਦੇ ਨਹੀਂ, ਉਹ ਸਰਕਾਰੀ ਬੰਦੇ ਨੇ ਜੀ, ਉਹ ਜੀ, ਤੇ ਉਹਦੇ ਬਦਲਾਅ ਵਿੱਚ ਕੀ ਤੁਹਾਡੇ ਕੋਲ ਆ? ਫਿਰ ਤੁਸੀਂ ਹੱਲ ਕਰੋ ਕੁਛ ਮਸਲੇ। ਤੁਸੀਂ ਹੱਲ ਨਹੀਂ ਕਰਨੇ, ਤੁਸੀਂ ਝਗੜੇ ਪੈਦਾ ਕਰਨੇ ਨੇ। ਸਿਆਣਪ ਵਰਤੋ ਭਾਈ, ਨਾ ਇਦਾਂ ਕਰੋ। ਖੈਰ, ਉਹ ਫਿਰ ਜਦੋਂ ਇਹ ਸਮਾਂ ਆਇਆ, ਭਾਈ ਮਨੀ ਸਿੰਘ ਵੀ ਦਰਬਾਰ ਸਾਹਿਬ ਤੋਂ ਸ਼ਹੀਦ ਕਰ ਦਿੱਤੇ ਜਾਂਦੇ 38 ਵਿੱਚ।
39 ਵਿੱਚ ਬੋਤਾ ਸਿੰਘ, ਗਰਜਾ ਸਿੰਘ, ਫਿਰ ਦਰਬਾਰ ਸਾਹਿਬ ਦਰਵਾਜ਼ੇ ਉਹ ਜੋ ਹੋਇਆ ਮੱਸਾ ਰੰਗੜ ਨੇ ਕੀਤਾ। ਇਹ ਫਿਰ ਪਿੰਡਾਂ ਵਿੱਚੋਂ ਸਾਰੇ ਸਿੰਘਾਂ ਨੂੰ ਖਤਮ ਕਰ ਦਿੰਦਾ ਹੈ ਜਸਪਤ। ਪਰ ਇਹਨੂੰ ਪਤਾ ਲੱਗ ਗਿਆ ਵੀ ਗੁਰਦਾਸਪੁਰ ਦੇ ਲਾਗੇ ਜਿਹੜੀ ਸ਼ੰਭ ਵਾ ਕਾਹਨੂਵਾਲ ਦੀ, ਉੱਥੇ ਲੁਕੇ ਹੋਏ ਸਿੱਖ ਨੇ। ਮੈਂ ਫੇਰ ਕਹਿ ਦਿਆਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ 70 ਸਾਲ 7 ਦਿਨ ਕੱਟਣੇ ਮੁਸ਼ਕਲ ਆ। 2 ਪੀੜ੍ਹੀਆਂ ਜੰਗਲਾਂ 'ਚ ਜੰਮੀਆਂ, ਉੱਥੇ ਮਰੀਆਂ। ਏਡੀ ਏਡੀ ਮੁਸੀਬਤ ਆਈ ਇਸ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਦੇ ਪੰਥ ਦੇ ਉੱਤੇ। ਇਹਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਇੱਥੇ ਆਪਣੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਇਹ ਸਾਰੇ ਇੱਥੇ ਸ਼ੰਭ ਵਿੱਚ ਲੁਕੇ ਹੋਏ ਨੇ। ਇਹ ਫਿਰ ਲਾਹੌਰ ਤੋਂ ਤੁਰਦਾ ਹੈ। ਜ਼ਕਰੀ ਖਾਂ ਤੇ ਮਰ ਜਾਂਦਾ 45 ਵਿੱਚ। ਭਾਈ ਤਾਰੂ ਸਿੰਘ ਜਦੋਂ ਸ਼ਹੀਦ ਹੁੰਦਾ, ਜ਼ਕਰੀਆ ਖਾਂ ਦੀ ਨਾਲ ਹੀ ਮੌਤ ਹੁੰਦੀ ਉਦੋਂ। ਇਹ 45 'ਚ। ਇਹ 46 ਦੇ ਵਿੱਚ ਇਹਦਾ ਪੁੱਤ ਸੀ ਜ਼ਕਰੀਆ ਖਾਂ ਦਾ, ਜਹੀਆ ਖਾਂ, ਉਹ ਸੂਬੇਦਾਰ ਬਣਦਾ ਸੀ ਲਾਹੌਰ ਦਾ। ਉਹਦੇ ਕੋਲੋਂ ਫੌਜ ਲੈ ਕੇ ਫਿਰ ਲਖਪਤ ਰਾਏ ਇੱਥੇ ਆਉਂਦਾ। ਮਾਰਚ ਮਹੀਨੇ 'ਚ ਆ ਜਾਂਦਾ, ਪਰ ਜੰਗਲ ਘਣਾ ਵਾ, ਜੰਗਲ ਸੰਘਣਾ ਵਾ, ਅੰਦਰ ਵੜਿਆ ਨਹੀਂ ਜਾਂਦਾ। ਸਿੰਘ ਅੰਦਰ ਨੇ 1-2 ਵਾਰੀ ਕੋਸ਼ਿਸ਼ ਵੀ ਕੀਤੀ, ਇਹਦੇ ਪੁੱਤ ਨੂੰ ਵੀ ਸਿੰਘਾਂ ਨੇ ਮਾਰ ਦਿੱਤਾ, ਜਹੀਆ ਖਾਨ ਦੇ, ਲਖਪਤ ਰਾਏ ਦੇ, ਮਾਫ ਕਰਨਾ। ਇਹਨੇ ਕੀ ਕੀਤਾ ਵੀ ਗੁਰਦਾਸਪੁਰ ਦੇ ਲਾਗੇ ਲਾਗੇ ਜਿਹੜੇ ਤਰਖਾਣ ਜਾਤ ਨਾਲ ਸੰਬੰਧ ਰੱਖਣ ਵਾਲੇ ਸੀ, ਇਹਨੇ ਸੈਂਕੜੇ ਤਰਖਾਣ ਪਿੰਡਾਂ 'ਚੋਂ ਲੱਭੇ। ਉਹਨਾਂ ਆਖਿਆ ਵੀ ਇਹ ਜੰਗਲ ਨੂੰ ਵੱਢੋ, ਵੱਢ ਕੇ ਰਾਹ ਬਣਾਓ ਅੰਦਰ ਜਾਣ ਦਾ। ਕੋਈ 400-500 ਬੰਦਾ ਜੰਗਲ ਵੱਢਣ ਤੇ ਮਹੀਨਾ ਲੱਗਾ ਰਿਹਾ ਦੱਸਦੇ। ਤੇ ਮਹੀਨਾ ਆ ਗਿਆ ਮਈ ਦਾ, 17 ਮਈ, ਆ ਜਿਹੜਾ ਕੱਲ ਪਰਸੋਂ ਦੇ ਲੰਘ ਕੇ ਗਿਆ। ਇਹ ਫਿਰ ਇੱਕ ਪਾਸਿਓਂ ਜੰਗਲ ਵੱਢ ਦਿੱਤਾ ਗਿਆ, ਇਹ ਲਹਿੰਦੇ ਪਾਸੇ ਜੰਗਲ ਵੱਢਿਆ ਗਿਆ, ਤੇ ਚੜ੍ਹਦੇ ਪਾਸੇ ਵਾਲੇ ਪਹਾੜੀ ਰਾਜੇ ਬਹਿ ਗਏ ਆਣ ਕੇ ਸਿੰਘਾਂ ਨੂੰ ਖਤਮ ਕਰਨ ਵਾਸਤੇ। ਤੇ ਦੱਖਣ ਵਾਲੇ ਪਾਸੇ ਇੱਕ ਸੇਮ ਨਾਲਾ ਸੀ, ਬਿਆਸ ਦਰਿਆ ਵੀ ਵਗਦਾ ਸੀ ਉਦੋਂ, ਤੇ ਲਾਗੇ ਇੱਕ ਸੇਮ ਨਾਲਾ ਵੀ। ਸੇਮ ਨਾਲਾ ਅਜੇ ਵੀ ਉਸ ਗੁਰਦੁਆਰਾ ਘੱਲੂਘਾਰਾ ਜਿਹੜਾ ਹੈਗਾ ਗੁਰਦਾਸਪੁਰ ਲਾਗੇ ਬਿਲਕੁਲ ਲਾਗੋਂ ਦੀ ਲੰਘਦਾ। ਉਦੋਂ ਸੇਮਾਂ ਬਣੀਆਂ ਹੁੰਦੀਆਂ ਸੀ ਤੇ ਪਾਣੀ ਆਮ ਹੀ ਵਗਦਾ ਹੁੰਦੀ ਸੀ ਧਰਤੀਆਂ ਤੇ। ਹੁਣ ਤੇ ਚਲੋ ਪਾਣੀ ਮੁੱਕ ਗਿਆ। ਇਹਨੇ ਕੀ ਕੀਤਾ ਫਿਰ ਇੱਕ ਪਾਸਿਓਂ ਜੰਗਲ ਵਢਾਤਾ ਲਹਿੰਦੇ ਪਾਸੇ, ਤੇ ਚੜ੍ਹਦੇ ਪਾਸੇ ਵਾਲੇ ਪਹਾੜੀ ਰਾਜੇ ਵਢਾ ਦਿੱਤੇ, ਕਿਉਂਕਿ ਇਹ ਇਲਾਕਾ ਕੋਈ ਪੱਧਰਾ ਨਹੀਂ ਸੀ, ਉੱਚਾ ਨੀਵਾਂ ਸੀ, ਪਹਾੜੀਆਂ ਸੀ। ਆ ਹੁਣ ਕੋਈ ਪਿਛਲੇ 20-25 ਸਾਲ ਤੋਂ ਹੀ ਆ ਜਿਹੜੀਆਂ ਸੜਕਾਂ ਬਣੀਆਂ ਨਾ ਸਾਡੀਆਂ ਹਾਈਵੇ, ਉੱਥੋਂ ਫਿਰ ਪਹਾੜੀਆਂ ਸਾਰੀਆਂ ਪੁੱਟ ਕੇ ਇਹਨਾਂ ਨੇ ਸੜਕਾਂ ਤੇ ਪੁਲਾਂ ਦੇ ਤੇ ਸੁੱਟ ਦਿੱਤੀਆਂ। ਇਹ ਉੱਥੇ ਪਹਾੜੀ ਇਲਾਕਾ ਸੀ। ਉਹਨਾਂ ਪਹਾੜੀਆਂ ਵਿੱਚ ਸਿੰਘ ਰੇਤਾ ਉੱਤੇ ਪੈ ਕੇ ਗੁਜ਼ਾਰੇ ਕਰਨੇ। ਕੋਈ ਉੱਥੇ ਦਵਾਰੂ ਨਹੀਂ, ਕੋਈ ਪੈਰੀ ਜੁੱਤੀ ਨਹੀਂ, ਕੋਈ ਮੰਜਾ ਨਹੀਂ, ਕੋਈ ਖਾਣ ਨੂੰ ਨਹੀਂ। ਵੇਲੇ ਕਿ ਵੇਲੇ ਸ਼ਹਿਰ ਜਾਣਾ, ਕੋਈ ਥੋੜਾ ਬਹੁਤਾ ਲੁੱਟ ਲੱਟ ਕੇ ਲੈ ਆਉਣਾ ਤੇ ਉਹ ਖਾ ਲੈਣਾ, ਬੜੀ ਮੁਸ਼ਕਲ। ਇਹਨੇ ਫਿਰ ਕੀਤਾ ਵੀ ਉਹ ਜਿਹੜਾ ਜੰਗਲ ਵੱਢਿਆ ਸੀ ਉਸ ਪਾਸੇ ਨੇ ਅੱਗ ਲਵਾਤੀ ਲਖਪਤ ਰਾਏ ਨੇ, ਤੇ ਸਿੰਘ ਦੂਸਰੇ ਪਾਸੇ ਨੂੰ ਭੱਜੇ। ਉਧਰ ਪਹਾੜੀਏ ਰਾਜੇ ਬੈਠੇ ਹੋਏ ਸਨ। ਤੇ ਜਦੋਂ ਇਹ ਦੱਖਣ ਵਾਲੇ ਪਾਸੇ ਨੂੰ ਇੱਧਰ ਫਿਰ ਪਾਣੀ ਸੀ, ਸਿੰਘਾਂ ਉਧਰ ਕੁਝ ਰੁੜ ਗਏ, ਕੁਝ ਸੜ ਗਏ, ਕੁਝ ਸ਼ਹੀਦ ਹੋ ਗਏ। ਇਹਨੇ ਕੋਈ ਕਰੀਬ 2-3 ਹਜ਼ਾਰ ਬੰਦਾ ਗ੍ਰਿਫਤਾਰ ਕਰ ਲਿਆ, ਤੇ 10,000 ਕਤਲ ਹੋ ਗਿਆ ਉੱਥੇ ਉਸ ਦਿਨ। ਇੱਕ ਅਨੁਮਾਨ ਲਾਇਓ ਜਿੱਥੇ 10,000 ਬੰਦਾ ਕਤਲ ਕੀਤਾ ਹੋਊ, ਸ਼ਹੀਦ ਪਿਆ ਹੋਊ, ਕੈਸਾ ਸਮਾਂ ਹੋਊਗਾ। ਕਿਸੇ ਦੀਆਂ ਲੱਤਾਂ ਵੱਡੀਆਂ, ਕਿਸੇ ਦੀਆਂ ਬਾਹਾਂ ਟੁੱਟੀਆਂ, ਕਿਸੇ ਦਾ ਸਿਰ ਹੈ ਨਹੀਂ, ਕਿਸੇ ਦਾ ਕੁਛ ਹੈ ਨਹੀਂ। 10,000 ਬੰਦਾ ਇਸ ਤਰ੍ਹਾਂ ਪਿਆ ਧਰਤੀ ਉੱਤੇ। 10,000 ਸਿੰਘਾਂ ਦਾ, ਤੇ ਇੱਧਰ ਕੋਈ 10-20 ਹਜ਼ਾਰ ਇਹਨਾਂ ਦਾ ਵੀ ਮਰਿਆ ਹੋਊਗਾ। ਉਹ ਫਿਰ ਕੁਝ ਸਿੰਘ ਬਚ ਗਏ, ਪਾਣੀ ਪੂਣੀ ਦੇ ਵਿੱਚੋਂ ਲੰਘ ਗਏ, ਕੁਛ ਰੁੜ ਗਏ, ਕੁਛ ਬਜ਼ੁਰਗ ਜਿਹੜੇ ਸੀ ਉਹਨੇ ਗ੍ਰਿਫਤਾਰ ਕਰ ਲਏ ਲਖਪਤ ਨੇ। ਇਹ ਲੈ ਕੇ ਫਿਰ ਲਾਹੌਰ ਚਲ ਜਾਂਦਾ ਉਹਨਾਂ ਗ੍ਰਿਫਤਾਰ ਕਰਕੇ। ਇਹ 16 ਮਈ 1746 ਦਾ ਵਾਕਿਆ। ਉੱਥੇ ਜਾ ਕੇ ਫਿਰ ਨਖਾਸ ਚੌਂਕ ਦੇ ਵਿੱਚ ਇਹ ਲਖਪਤ ਰਾਏ ਉਹ ਜਿਹੜੇ ਗ੍ਰਿਫਤਾਰ ਕੀਤੇ ਸੀ ਕੋਈ 2-2.5 ਹਜ਼ਾਰ ਬੰਦਾ, ਉਹਨਾਂ ਨੂੰ ਫਿਰ ਨਖਾਸ ਚੌਂਕ ਵਿੱਚ ਜਾ ਕੇ ਕਤਲ ਕਰ ਦਿੰਦਾ ਹੈ। ਇਹਦਾ ਰੱਜਿਆ ਨਹੀਂ ਕਤਲ ਕਰਕੇ। ਇਹ ਕਰੀਬ ਮੁੜ ਕੇ ਫਿਰ 48 ਦੇ ਵਿੱਚ ਜਦੋਂ ਉਹ ਜਾਹੀਆ ਖਾਨ ਜਿਹੜਾ ਸੀ ਉਸ ਨੂੰ ਭਜਾ ਕੇ ਉਹਦਾ ਦੂਸਰਾ ਭਰਾ ਜਿਹੜਾ ਸੀ ਸ਼ਾਹ ਨਵਾਜ਼, ਉਹ ਲਾਹੌਰ ਤੇ ਆਪਣਾ ਕਬਜ਼ਾ ਕਰ ਲੈਂਦਾ। ਉਹਦਾ ਫਿਰ ਉਹ
ਇਹ ਉਦੋਂ ਫਿਰ ਨੂੰ ਗ੍ਰਿਫਤਾਰ ਕਰ ਲੈਂਦਾ ਸ਼ਾਹਨਵਾਜ਼ ਤੇ ਕਹਿਣ ਲੱਗਾ ਵੀ ਮੈਂ ਤਾਂ ਤੈਨੂੰ ਛੱਡੂੰਗਾ ਜੇ ਤੂੰ 5000 ਰੁਪਈਆ ਤਾਰੇ। ਕੋਈ 5 ਲੱਖ ਵੀ ਕਹਿੰਦਾ, ਪਰ ਵੱਡੀ ਹੋ ਸਕਦਾ ਕੋਈ ਅਨੁਮਾਨ ਹੀ ਆ। ਇਹ ਜਿਹੜਾ ਸ਼ਾਹਨਵਾਜ਼ ਨੇ ਕਬਜ਼ਾ ਕੀਤਾ ਸੀ, ਉਹਦਾ ਇੱਕ ਦੀਵਾਨ ਸੀ ਕੌੜਾ ਮੱਲ, ਉਹ ਵੀ ਹਿੰਦੂ ਸੀ ਪਰ ਸਿੱਖਾਂ ਨਾਲ ਬੜੀ ਹਮਦਰਦੀ ਸੀ। ਵੇਲੇ ਕਿ ਵੇਲੇ ਸ਼ਹਿਰਾਂ ਵਿੱਚੋਂ ਗੱਡਾ ਰਸਤਾਂ ਦਾ ਲੱਦ ਕੇ ਤੇ ਜੰਗਲਾਂ 'ਚ ਭੇਜ ਦੇਣਾ ਵੀ ਗੁਰੂ ਕੇ ਸਿੰਘ ਉੱਥੇ ਭੁੱਖੇ ਤੇ ਆਏ ਬੈਠੇ ਨੇ ਤੇ ਖਾ ਲੈਣਗੇ। ਤੇ ਇਹਦਾ ਨਾਂ ਸੀ ਕੌੜਾ ਮੱਲ, ਪਰ ਇਹਨੂੰ ਸਿੱਖ ਕੌਮ ਨੇ ਮਿੱਠਾ ਮੱਲ ਕਿਹਾ ਹੈ ਕਿਉਂਕਿ ਪਿਆਰ ਸੀ। ਤੇ ਉਹ ਮਿੱਠਾ ਮੱਲ ਹੁੰਦਿਆਂ ਵੀ ਕੌੜਾ ਮੱਲ ਸੀ ਜਿਹੜਾ ਜਸ ਲਖਪਤ ਰਾਏ ਸੀ, ਨਫ਼ਰਤ ਸੀ। ਇਹ ਫਿਰ ਜਦੋਂ ਲਾਹੌਰ ਦਰਬਾਰ ਦਾ ਜਦੋਂ ਰਾਜਾ ਬਦਲ ਜਾਂਦਾ, ਜਾਈਆ ਖਾਂ ਦੇ ਥਾਂ ਤੇ ਸ਼ਾਹਨਵਾਜ਼ ਆ ਜਾਂਦਾ ਹੈ। ਫਿਰ ਇਹ ਜਦੋਂ ਇਹਨੂੰ ਕਿਹਾ ਗਿਆ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਲਖਪਤ ਨੂੰ ਵੀ, ਉਹ ਸ਼ਾਹਨਵਾਜ਼ ਨੇ। ਇਹਨੇ ਆਖਿਆ ਇੰਨਾ ਪੈਸਾ ਤਾਰ ਤੇ ਫੇਰ ਮੈਂ ਛੱਡੂੰਗਾ। ਉਹ ਕਹਿੰਦਾ ਪੈਸਾ ਮੇਰੇ ਕੋਲ ਇਹਨੂੰ ਇੰਨਾ ਹੈ ਨਹੀਂ ਗਾ। ਫਿਰ ਕੌੜੇ ਮੱਲ ਨੇ ਆਖਿਆ ਉਸ ਸੂਬੇਦਾਰ ਨੂੰ, ਸ਼ਾਹਨਵਾਜ਼ ਨੂੰ, ਇੰਨੇ ਪੈਸੇ ਮੈਂ ਦੇ ਦੇਣਾ ਪਰ ਮੈਨੂੰ ਫੜਾ ਦੇ ਇਹ ਬੰਦਾ। ਉਹਨੇ ਫਿਰ ਪੈਸੇ ਦੇ ਕੇ ਉਹ ਲਖਪਤ ਰਾਏ ਨੂੰ ਸਿੰਘਾਂ ਨੂੰ ਫੜਾ ਦਿੰਦਾ ਅੱਗੇ ਜਾ ਕੇ, ਆ ਜੇ ਤੁਹਾਡਾ ਦੋਸ਼ੀ, ਇਹਨੇ ਤੁਹਾਡੇ ਘਰ ਕਾੜ ਦਰਬਾਰ ਸਾਹਿਬ ਤੁਹਾਡਾ 10,000 ਬੰਦਾ ਕਾਹਨੂੰਵਾਲ ਦੀ ਸ਼ਮਝ ਇਹਨੇ ਕਤਲ ਕੀਤਾ ਤੇ ਆ ਜੇ ਦੋਸ਼ੀ ਨੂੰ ਫੜ ਲਓ, ਜਿਹੜੀ ਸਜ਼ਾ ਪੰਥ ਦੇਵੇ ਤੁਹਾਡੀ ਮਰਜ਼ੀ। ਕਹਿੰਦੇ ਫਿਰ ਉਸ ਲਖਪਤ ਰਾਏ ਨੂੰ ਸਿੰਘਾਂ ਨੇ ਫੜ ਕੇ ਆਪਣੇ ਕੋਲ ਲੈਣ ਦਾ ਤੇ ਫਿਰ ਉਹਦਾ ਇੱਕ ਟੋਆ ਪੁੱਟਿਆ ਗਿਆ ਛੋਟਾ, ਜਿਹਦਾ ਲੈਟਰਿੰਗ ਦਾ ਟੋਆ ਨਹੀਂ ਪੁੱਟਦੇ ਆਪਾਂ, ਲੈਟਰਿੰਗ ਦਾ ਇੱਕ ਟੋਆ ਪੁੱਟਿਆ ਗਿਆ, ਉੱਤੇ ਛੱਤ ਪਾ ਦਿੱਤੀ, ਥੋੜਾ ਜਿਹਾ ਜਗ੍ਹਾ ਰੱਖਤੀ ਵੀ ਉਹ ਟੋਏ ਵਿੱਚ ਹੱਥ ਪੈਰ ਬੰਨ੍ਹ ਕੇ ਉਹ ਲਖਪਤ ਰਾਏ ਨੂੰ ਸੁੱਟ ਦਿੱਤਾ। ਤੇ ਸਿੰਘਾਂ ਨੂੰ ਆਖਿਆ ਵੀ ਹੁਣ ਜੰਗਲ ਪਾਣੀ ਲੈਟਰਿੰਗ ਬਾਥਰੂਮ ਇਹ ਟੋਏ ਦੇ ਉੱਤੇ ਕਰਨਾ ਤਾਂ ਕਿ ਇਹਦੇ ਸਿਰ 'ਚ ਪਵੇ, ਇਹਦੇ ਮੂੰਹ 'ਚ ਪਵੇ ਲੈਟਰਿੰਗ ਤੇ ਬਾਅਦ ਪਿਸ਼ਾਬ। ਉਹ ਫਿਰ ਸਿੰਘ ਉਹ ਟੋਏ 'ਚ ਥੱਲੇ ਹੱਥ ਪੈਰ ਬੰਨ੍ਹ ਕੇ ਸੁੱਟਿਆ ਸਿੰਘ ਉਹਦੇ ਉੱਤੇ। ਫਿਰ ਲੈਟਰਿੰਗ ਬਾਥਰੂਮ ਜਾਂਦੇ ਨੇ ਤੇ ਮਾਰਦਾ ਦੁਹਾਈਆਂ ਤੇ ਮਾਫੀ ਮੰਗਦਾ। ਸਿੰਘਾਂ ਨੇ ਆਖਿਆ ਨਹੀਂ, ਐਡੇ ਵੱਡੇ ਜ਼ਾਲਮ ਨੂੰ ਜਿਹਨੇ ਕੋਈ ਬੱਚਾ ਵੀ ਨਹੀਂ ਜਿੰਦਾ ਛੱਡਿਆ, ਜਿਹਨੇ ਕੋਈ ਬੁੱਢਾ ਵੀ ਨਹੀਂ ਛੱਡਿਆ, ਜਿਹਨੇ ਕਿਸੇ ਦਾ ਘਰ ਕਾਟ ਨਹੀਂ ਛੱਡਿਆ, ਘਰਾਂ ਦੇ ਚੁੱਲ੍ਹਿਆਂ ਉੱਤੇ ਸਾਡੇ ਘਾਹ ਉੱਗ ਗਏ ਨੇ, ਤੇ ਜ਼ਾਲਮ ਤੂੰ ਕਿਸ ਚੀਜ਼ ਦੀ ਮਾਫੀ ਮੰਗਦਾ ਹੈ? ਕੋਈ ਗਲਤੀ ਹੋਵੇ ਤੇ ਮਾਫੀ ਹੁੰਦੀ ਆ। ਜਦ ਤੇਰੇ ਅੱਗੇ ਅਸੀਂ ਤੈਨੂੰ ਚਿੱਠੀਆਂ ਵੀ ਲਿਖਦੇ ਰਹੇ ਆ, ਤੈਨੂੰ ਹਿੰਦੂ ਭਰਾ ਵੀ ਕਹਿੰਦੇ ਰਹੇ ਵੀ ਸਿੱਖਾਂ ਉੱਤੇ ਨਾ ਜ਼ੁਲਮ ਕਰੇ, ਸਾਡੇ ਭਰਾ ਨੇ, ਤੇ ਤੂੰ ਮੰਨਦਾ ਹੀ ਨਹੀਂ ਸੀ। ਤੇ ਹੁਣ ਕਾਹਦੇ ਮਾਫੀਨਾਮੇ ਮੰਗਦਾ ਤੂੰ? ਜ਼ਾਲਮਾ ਤੈਨੂੰ ਨਹੀਂ ਮਾਫ ਕਰਨਾ। ਫਿਰ ਕਹਿੰਦੇ ਬੜਾ ਲੰਮਾ ਸਮਾਂ ਉਸ ਟੋਏ ਵਿੱਚ ਸੁੱਟਿਆ ਗਿਆ ਜਿੱਥੇ ਲੈਟਰਿੰਗ ਬਾਥਰੂਮ ਸਿੰਘ ਕਰਦੇ ਸੀ, ਤੇ ਕੁੰਭੀ ਨਰਕ ਭੋਗ ਕੇ ਫਿਰ ਇਸ ਧਰਤੀ ਤੋਂ ਲਖਪਤ ਗਿਆ। ਤੇ ਬਾਣੀ ਦਾ ਫੈਸਲਾ ਕਾਰ ਕੀਓ ਧਰਮੀਆਂ ਕਾ ਪਾਪੀ ਕੋ ਪਾਪੀ ਕੋ ਡੰਡ ਦਿਓਏ। ਤੇ ਜਿਹੜੇ ਪਾਪੀ ਨੇ ਉਹਨਾਂ ਨੂੰ ਡੰਡ ਮਿਲਦਾ। ਤੇ ਜੈਕਾਰ ਕੀਓ ਧਰਮੀਆਂ ਕਾ, ਤੇ ਜਿਹੜੇ ਲੋਕ ਧਰਮ ਕਮਾਉਂਦੇ ਨੇ, ਭਲਾ ਕਰਦੇ ਨੇ, ਕਿਸੇ ਦੇ ਕੰਮ ਆਉਂਦੇ ਨੇ, ਉਹਨਾਂ ਦੀ ਫਿਰ ਜੈ ਜੈਕਾਰ ਹੁੰਦੀ ਹੈ। ਬਾਣੀ ਦਾ ਇੱਕ ਬਚਨ ਆਉਂਦਾ ਮਹਾਰਾਜ ਦਾ, ਕਹਿੰਦੇ ਰੱਬ ਦੀ ਨਿਗਾਹ ਦੋ ਥਾਂ ਤੇ ਹੁੰਦੀ ਆ। ਖਿਆਲ ਕਰਿਆ ਜੀ, ਬੜੀ ਵੱਡੀ ਗੱਲ ਮਹਾਰਾਜ ਨੇ ਬਾਣੀ 'ਚ ਦੱਸੀ ਸਾਨੂੰ। ਇੱਕ ਤੇ ਹੁੰਦੀ ਆ ਮੁਕਤ ਪਏ ਕਰ ਸਾਰ ਸੰਗ ਤਿਨ ਕੀ ਅਵਗੁਣ ਸਭ ਪਰ ਹਰਿਆ ਤਿਨ ਕੋ ਦੇਖ ਪਏ ਕਿਰਪਾਲਾ। ਰੱਬ ਉਸ ਬੰਦੇ ਨੂੰ ਵੇਖਦਾ ਜਿਹੜਾ ਸੰਗਤ ਵਿੱਚ ਬੈਠਾ ਹੁੰਦਾ, ਕਿਉਂਕਿ ਰੱਬ ਵੀ ਸੰਗਤ ਵਿੱਚ ਬੈਠਾ ਹੁੰਦਾ। ਤਿਨ ਕੋ ਦੇਖ ਪਏ ਕਿਰਪਾਲਾ ਤਿਨ ਭਵ ਸਾਗਰ ਤਰਿਆ। ਜਿਹੜੀ ਗੁਰੂ ਕੀ ਸੰਗਤ ਵਿੱਚ ਆਣ ਕੇ ਬੈਠ ਜਾਂਦਾ, ਰੱਬ ਫਿਰ ਉਹਨੂੰ ਵੇਖ ਲੈਂਦਾ। ਤੇ ਜਿਹਨੂੰ ਰੱਬ ਵੇਖ ਲੇ, ਤਿੰਨ ਭਉ ਸਾਗਰ ਤਰਿਆ, ਤਿੰਨ ਭਉ ਸਾਗਰ। ਤੇ ਇੱਕ ਤੇ ਉਹ ਰੱਬ ਦੀ ਨਿਗਾਹ 'ਚ ਆਉਂਦਾ ਜਿਹੜਾ ਸੰਗਤ ਵਿੱਚ ਬੈਠਦਾ, ਤੇ ਦੂਸਰਾ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜਿੱਥੇ ਕੋਈ ਗਰੀਬ ਗੁਰਬੇ ਦੀ ਕੋਈ ਸਹਾਇਤਾ ਕਰਦਾ, ਕਿਸੇ ਭੁੱਖੇ ਨੂੰ ਰੋਟੀ ਦਿੰਦਾ, ਕਿਸੇ ਨੰਗੇ ਨੂੰ ਕੱਪੜਾ ਦਿੰਦਾ, ਕਿਸੇ ਰੋਗੀ ਦੀ ਦਵਾ ਦਾਰੂ ਕਰ ਦਿੰਦਾ, ਫਿਰ ਉਹ ਬੰਦਾ ਰੱਬ ਦੀ ਨਿਗਾਹ 'ਚ ਆਉਂਦਾ ਜਿਹੜਾ ਇਹ ਕੰਮ ਕਰਦਾ। ਇਸ ਕਰਕੇ ਮਾਰ ਕਹਿੰਦੇ ਨੇ ਫਿਰ ਇਸ ਪਾਪੀ ਕੋ ਡੰਡ ਦਿਓਏ,
जयकार कियो धर्मिया का पापी को दंड दियोए। पर एक बचन कह के हुण मैं समाप्ति करा, समा हो गया कि कई वारी कहते भी वीडियो थोड़ी बनाया करो, पर बनदियां बनदियां घंटा ही लग जाता, करे हुण बंदा की। साडा तो बोते वाला ही वो फेरा वा भी घंटे बाद ही मुड़ना है, गल शुरू करदे साढ़े 20-25 मिनट लग जाते। महाराज ने बाणी दी एक गल कह के हुण समाप्ति करा भी पाप बुरा, पाप बड़ी माड़ी चीज़ आ, पुन बड़ी चंगी चीज़ है। पाप बुरा ते लोकी पाप करदे क्यों जे बुरा था। पापी को प्यारा पाप बुरा, पापी को प्यारा। पाप ते माड़ा पर पापी नूं बड़ा ही चंगा लगदा, बड़ा ही चंगा लगदा। पर बाणी कहंदी अनकाए रातड़ियां वाट दुहेली राम, पाप कमावंदिया तेरा कोई ना बेली राम। पाप कमावंदिया तेरा कोई ना बेली राम। ठीक है, पापी को मारने को पाप बलीवान है। पापी नूं ते पाप ही मारदा है ते लखपत राय नूं उहदा पाप ही मार गया। जो कौड़ा मल वांगू जे कोई सिख गुरु के खालसे दी पंथ दी सेवा करदा, कोई उहनूं भी कोई चंगा कहिंदा। बद सीसां लै गया इस धरती तो पंथ नाल मत्था ला के ते कहंदा सी मैं पग्गां वाला कोई छड्डना नहीं, पग्गां वाले अज फे जींदे ने। कहंदा मैं दाड़े वाले कोई छड्डना नहीं, दाड़े वाले फे जींदे ने। ये मर्द गंबड़े दा पंथ वा, इनू कोई नहीं खत्म कर सकता। खत्म करन वाले खत्म हो जाणगे। गुरु का खालसा चढ़दी कला च रवे। धन गुरु गोबिंद सच्चे पातशाह रहमतां बख्शां करन भाई। समा घंटे तो उपर ही हो गया। इत्थे अरदास खिमन दा जा चुका है। वो असी लड़ी चलाए सी गुरु अंगद साहब महाराज दी, पर आ शहीदी दिहाड़ा विच आ गया ये 16 मई वाला। मैं चलो ये बड़ा एक इतिहास का मूलक पन्ना वा ते गुरु के संगतां नाल साझा कीता जावे ते बहुत वाधे घाटे होए होणगे। माफ़ करना जी। अगे वास्ते सच्चे पातशाह अगे अरदास करनी। पहुंचक दी क्षमा जी। वाहिगुरू जी का खालसा, वाहिगुरू जी की फतेह। वाह सच्चे पातशाह।